ਮੂਸੇਵਾਲਾ ਕਤਲकांड ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਦੇ ਵਿੱਚ ਕੀਤਾ ਗਿਆ ਡਿਟੇਨ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ, ਭਾਰਤੀ ਖੁਫੀਆ ਏਜੰਸੀਆਂ ਨੂੰ ਮਿਲਿਆ ਵੱਡਾ ਇਨਪੁਟ। ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੰਗ, ਕਿਹਾ ਗੋਲਡੀ ਨੂੰ ਲਾਰੈਂਸ ਅਤੇ ਜੱਗੂ ਦੇ ਸਾਹਮਣੇ ਬਿਠਾ ਕੇ ਹੋਵੇ ਪੁੱਛਗਿੱਛ। ਪਰਦਾ ਉੱਠੇ ਕਤਲ ਪਿੱਛੇ ਸੰਗੀਤ ਜਗਤ ਦੇ ਕਿਹੜੇ ਲੋਕ। ਮੂਸੇਵਾਲਾ ਕਤਲकांड ਦੇ ਵਿੱਚ ਜਾਂਚ ਦਾ ਦਾਇਰਾ ਵਧਿਆ, ਕੁਝ ਹੋਰ ਲੋਕਾਂ ਨੂੰ ਜਾਂਚ ਦੇ ਵਿੱਚ ਸ਼ਾਮਿਲ ਕਰ ਰਹੀ ਪੁਲਿਸ। ਮੂਸੇਵਾਲਾ ਦੇ ਮਾਪੇ ਲਗਾਤਾਰ ਇਸ਼ਾਰਿਆਂ ਦੇ ਵਿੱਚ ਹੋਰ ਲੋਕਾਂ ਦੇ ਵੱਲ ਕਰਦੇ ਨੇ ਇਸ਼ਾਰਾ। ਐਨਆਈਏ ਨੇ ਮੋਸਟ ਵਾਂਟਡ ਅਤਵਾਦੀ ਹੈਪੀ ਮਲੇਸ਼ੀਆ ਨੂੰ ਕੀਤਾ ਗ੍ਰਿਫਤਾਰ। ਦਿੱਲੀ ਏਅਰਪੋਰਟ ਤੇ ਕੀਤਾ ਗਿਆ ਕਾਬੂ। ਲੁਧਿਆਣਾ ਬੰਬ ਬਲਾਸਟ ਕੇਸ ਦੇ ਵਿੱਚ ਮੁੱਖ ਸਾਜ਼ਿਸ਼ ਘੜਾ ਹੈ ਹੈਪੀ ਮਲੇਸ਼ੀਆ। ਬਾਗੀ ਜਗਮੀਤ ਬਰਾੜ ਦੀ ਯੂਨਿਟੀ ਕਮੇਟੀ ਵਾਲੇ ਦਾਅਵੇ ਦੀ ਨਿਕਲੀ ਫੂਕ। ਰਵੀਕਰਨ ਕਾਲੋਂ ਤੇ ਅਲਵਿੰਦਰਪਾਲ ਪਕੋਖੇ ਨੇ ਕੀਤਾ ਕਿਨਾਰਾ, ਬੋਲੇ ਅਸੀਂ ਯੂਨਿਟੀ ਕਮੇਟੀ ਦੇ ਵਿੱਚ ਨਹੀਂ, ਬਿਨਾਂ ਪੁੱਛੇ ਪਾਇਆ ਸਾਡਾ ਨਾਂ। ਕਥਿਤ ਸਿੰਜਾਈ ਘੁਟਾਲੇ ਦੇ ਵਿੱਚ ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ ਤੋਂ ਵਿਜੀਲੈਂਸ ਦੀ ਪੁੱਛਗਿੱਛ ਜਾਰੀ। ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ਦੇ ਵਿੱਚ ਹੋ ਰਹੇ ਨੇ ਸਵਾਲ ਜਵਾਬ। ਟੈਂਡਰ ਦੇਣ ਦੇ ਲਈ ਰਿਸ਼ਵਤ ਲੈਣ ਦਾ ਇਲਜ਼ਾਮ। ਤਰਨਤਾਰਨ ਵਿੱਚ ਭਾਰਤ ਪਾਕਿਸਤਾਨ ਬਾਰਡਰ ਤੋਂ 5 ਕਿਲੋ ਹੈਰੋਇਨ ਬਰਾਮਦ। ਸਰਹੱਦ ਦੇ ਪਾਰੋਂ ਡਰੋਨ ਦੇ ਰਾਹੀਂ ਸਪਲਾਈ ਕੀਤੀ ਜਾ ਰਹੀ ਸੀ ਹੈਰੋਇਨ ਦੀ ਖੇਪ। ਹੈਲੀਕਾਪਟਰ ਡਰੋਨ ਵੀ ਕੀਤਾ ਬਰਾਮਦ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਤੇ ਮੇਰੇ ਸਹਿਯੋਗੀ ਗਗਨਦੀਪ। ਤਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੀ ਸਭ ਤੋਂ ਵੱਡੀ ਖਬਰ ਤੋਂ। ਸਿੱਧੂ ਮੂਸੇਵਾਲਾ ਦੇ ਕਤਲकांड ਦੇ ਨਾਲ ਜੁੜੀ ਵੱਡੀ ਖਬਰ ਹੈ। ਗੈਂਗਸਟਰਵਾਦ ਦੀ ਦੁਨੀਆ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਹੈ ਤੇ ਅਤਵਾਦੀਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਕਨੈਕਸ਼ਨ ਜੁੜਦਾ ਨਜ਼ਰ ਆ ਰਿਹਾ ਗੈਂਗਸਟਰਾਂ ਦਾ, ਉਸ ਦੇ ਨਾਲ ਜੁੜੀ ਵੱਡੀ ਖਬਰ ਹੈ। ਤਾਂ ਵੱਡੀ ਖਬਰ ਗੋਲਡੀ ਬਰਾੜ ਨੂੰ ਲੈ ਕੇ ਔਰ ਸ਼ੁਰੂਆਤ ਕਰਾਂਗੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੰਗ ਤੋਂ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਗੋਲਡੀ ਤੇ ਲਾਰੈਂਸ ਨੂੰ ਨਾਲ ਬਿਠਾ ਕੇ ਪੁੱਛਗਿੱਛ ਹੋਵੇ। ਬਿਲਕੁਲ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੰਗ ਕੀਤੀ ਹੈ ਗੋਲਡੀ ਨੂੰ ਲਾਰੈਂਸ ਦੇ ਨਾਲ ਬਿਠਾ ਕੇ ਪੁੱਛਗਿੱਛ ਹੋਵੇ, ਜੱਗੂ ਦੇ ਨਾਲ ਬਿਠਾ ਕੇ ਵੀ ਸਵਾਲ ਜਵਾਬ ਹੋਣ, ਕਤਲ ਦੇ ਪਿੱਛੇ ਦੀ ਵਜ੍ਹਾ ਸਾਹਮਣੇ ਆਵੇ, ਪਰਦਾ ਉੱਠੇ ਕਤਲ ਪਿੱਛੇ ਸੰਗੀਤ ਜਗਤ ਦੇ ਕਿਹੜੇ ਲੋਕ ਨੇ। ਬਿਲਕੁਲ, ਇਹ ਸਵਾਲ ਉਹਨਾਂ ਨੇ ਚੁੱਕਿਆ ਹੈ ਔਰ ਲਗਾਤਾਰ ਇਹੀ ਕਹਿ ਰਹੇ ਨੇ ਕਿ ਆਖਰਕਾਰ ਇਸ ਦੇ ਪਿੱਛੇ ਪਰਦਾ ਉੱਠਣਾ ਚਾਹੀਦਾ ਹੈ ਕਿ ਕਤਲ ਹੋਇਆ ਤਾਂ ਹੋਇਆ ਕਿਉਂ, ਕਿਉਂਕਿ ਜੋ ਵਜ੍ਹਾ ਹੁਣ ਤੱਕ ਗੈਂਗਸਟਰ ਦੱਸ ਰਹੇ ਨੇ ਅਜਿਹੀ ਕੋਈ ਵਜ੍ਹਾ ਨਹੀਂ ਹੈ। ਨਾ ਹੀ ਉਹਨਾਂ ਦਾ ਪੁੱਤ ਕਿਸੇ ਅਜਿਹੀ ਦੁਨੀਆ ਦੇ ਨਾਲ ਜੁੜਿਆ ਸੀ, ਨਾ ਹੀ ਕਿਸੇ ਦੀ ਕਤਲ ਦੀ ਵਜ੍ਹਾ ਬਣਿਆ ਹੈ, ਕਿਉਂਕਿ ਵਿੱਕੀ ਮਿੱਡੂ ਖੇੜਾ ਦਾ ਜੋ ਕਤਲ ਹੋਇਆ ਉਸ ਦੇ ਇਲਜ਼ਾਮਾਤ ਲਗਾਏ ਗਏ ਨੇ ਗੈਂਗ ਦੇ ਵੱਲੋਂ, ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ। ਔਰ ਲਗਾਤਾਰ ਜਿੰਨੀਆਂ ਵੀ ਪੋਸਟਾਂ ਪਾਈਆਂ ਗਈਆਂ ਜਾਂ ਜਿੱਥੇ ਵੀ ਉਹਨਾਂ ਨੇ ਦਾਅਵਾ ਕੀਤਾ, ਜਿੱਥੇ ਵੀ ਉਹਨਾਂ ਨੇ ਜ਼ਿੰਮੇਵਾਰੀ ਲਈ ਕਤਲ ਦੀ, ਤਾਂ ਉਸ ਦੇ ਵਿੱਚ ਇੱਕੋ ਹੀ ਜ਼ਿਕਰ ਹੁੰਦਾ ਸੀ ਕਿ ਅਸੀਂ ਕਤਲ ਤਾਂ ਕਰਾਇਆ ਕਿਉਂਕਿ ਵਿੱਕੀ ਮਿੱਡੂ ਖੇੜਾ ਕਤਲकांड ਦੇ ਵਿੱਚ ਉਹ ਇਨਵੋਲਵ ਸੀ। ਬਿਲਕੁਲ, ਤੇ ਜਿਸ ਤਰੀਕੇ ਪੂਰੇ ਦਾ ਪੂਰਾ ਮਾਮਲਾ ਸਾਹਮਣੇ ਆਇਆ ਔਰ ਜਿਸ ਤਰੀਕੇ ਇਹ ਤਾਂ ਬਿਲਕੁਲ ਅਹਿਮ ਮਸਲਾ ਹੈ। ਤਾਂ ਇਸ ਵੇਲੇ ਦੀ ਵੱਡੀ ਖਬਰ ਦੇ ਵੱਲ ਰੁਖ ਕਰ ਰਹੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ। ਬਿਲਕੁਲ, ਮੁੱਖ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਗੋਲਡੀ ਬਰਾੜ ਨੂੰ ਅਮਰੀਕਾ ਦੇ ਵਿੱਚ ਡਿਟੇਨ ਕੀਤਾ ਗਿਆ ਹੈ। ਸੀਐਮ ਨੇ ਵੱਡਾ ਬਿਆਨ ਦਿੱਤਾ ਹੈ, ਗੋਲਡੀ ਨੂੰ ਜਲਦ ਭਾਰਤ ਲੈ ਕੇ ਆਵਾਂਗੇ। ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਰਹੇ ਨੇ। ਬਿਲਕੁਲ, ਇਹ ਵੱਡਾ ਬਿਆਨ ਦਿੱਤਾ ਗਿਆ। ਗੋਲਡੀ ਬਰਾੜ ਨੂੰ ਅਮਰੀਕਾ ਦੇ ਵਿੱਚ ਡਿਟੇਨ ਕੀਤਾ ਗਿਆ। ਸੀਐਮ ਭਗਵੰਤ ਮਾਨ ਨੇ ਯਾਨੀ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਵੇਲੇ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਸਾਫ਼ ਕਰ ਦਿੱਤਾ ਗਿਆ ਕਿ ਹੁਣ ਤੱਕ ਖਬਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਸੋਰਸਿਸ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਸੀ ਔਰ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਸੀ ਕਿ ਹੋ ਚੁੱਕੀ ਹੈ ਕਾਰਵਾਈ। ਹਾਲਾਂਕਿ ਨਿਊਜ਼ 18 ਪੰਜਾਬ ਲਗਾਤਾਰ ਇੱਕ ਪੁਆਇੰਟ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਇਹ ਡਿਟੇਨ ਕੀਤਾ ਗਿਆ ਗੋਲਡੀ ਬਰਾੜ ਨੂੰ ਔਰ ਕੀ ਇੱਥੇ ਪ੍ਰੋਸੀਜਰ ਰਿਹਾ ਹੈ ਸਾਰਾ। ਪਰ ਸਿੱਧੇ ਤੌਰ ਤੇ ਇਹ ਵੱਡਾ ਬਿਆਨ ਭਗਵੰਤ ਮਾਨ, ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਵੱਡਾ ਬਿਆਨ ਦੇ ਦਿੱਤਾ ਹੈ। ਉਹਨਾਂ ਨੇ ਇਹ ਸਾਫ਼ ਕਰ ਦਿੱਤਾ, ਕਲੀਅਰ ਕਰ ਦਿੱਤਾ ਕਿ ਗੋਲਡੀ ਬਰਾੜ ਨੂੰ ਜਲਦ ਭਾਰਤ ਲਿਆਂਦਾ ਜਾਵੇਗਾ ਕਿਉਂਕਿ ਅਮਰੀਕਾ 'ਚ ਡਿਟੇਨ ਹੋ ਚੁੱਕਿਆ ਹੈ। ਪ੍ਰੋਸੀਜਰ ਜਿਹੜਾ ਹੈਗਾ, ਪ੍ਰੋਸੀਜਰ ਹਾਲਾਂਕਿ ਕਿੰਨਾ ਵਕਤ ਲੈਂਦਾ ਹੈ ਪਰ ਕਾਰਵਾਈ ਜਿਹੜੀ ਹੈਗੀ ਉਹ ਸ਼ੁਰੂ ਹੋ ਗਈ ਹੈ। ਗੋਲਡੀ ਬਰਾੜ ਨੂੰ ਡਿਟੇਨ ਕੀਤਾ ਗਿਆ। ਲਗਾਤਾਰ ਨਿਊਜ਼ 18 ਪੰਜਾਬ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਕਿਸ ਤਰੀਕੇ ਇਹ ਕਾਰਵਾਈ ਸ਼ੁਰੂ ਹੋਈ ਹੈ। ਗੋਲਡੀ ਬਰਾੜ ਨੂੰ ਡਿਟੇਨ ਕੀਤਾ ਗਿਆ ਹੈ। ਗੋਲਡੀ ਬਰਾੜ ਨੂੰ ਫੜਿਆ ਗਿਆ, ਅਮਰੀਕਾ ਦੇ ਵਿੱਚ ਡਿਟੇਨ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਔਰ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਵੱਡਾ ਬਿਆਨ ਕਿ ਗੋਲਡੀ ਬਰਾੜ ਨੂੰ ਅਸੀਂ ਲੈ ਕੇ ਆ ਰਹੇ ਹਾਂ, ਗੋਲਡੀ ਬਰਾੜ ਨੂੰ ਭਾਰਤ ਲਿਆਂਦਾ ਜਾਵੇਗਾ ਔਰ ਛੇਤੀ ਲਿਆਂਦਾ ਜਾਵੇਗਾ। ਬਿਲकुल बयान एक बार सुन दिया। आज सुबह की
कंफर्म न्यूज़ है, मैं बीइंग ए हेड ऑफ स्टेट ये बता रहा हूँ कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयाँ करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। अभी आज सुबह की न्यूज़ है जो कि कंफर्म न्यूज़ है, मैं बीइंग ए हेड ऑफ स्टेट ये बता रहा हूँ कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयाँ करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। अभी आज सुबह की न्यूज़ है जो कि कंफर्म न्यूज़ है, मैं बीइंग ए हेड ऑफ स्टेट ये बता रहा हूँ कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयाँ करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। अभी आज सुबह की न्यूज़ है जो कि कंफर्म न्यूज़ है, मैं बीइंग ए हेड ऑफ स्टेट ये बता रहा हूँ कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयाँ करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। अभी आज सुबह की न्यूज़ है जो कि कंफर्म न्यूज़ है, मैं बीइंग ए हेड ऑफ स्टेट ये बता रहा हूँ कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयाँ करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। अभी आज सुबह की न्यूज़ है जो कि कंफर्म न्यूज़ है, मैं बीइंग ए हेड ऑफ स्टेट ये बता रहा हूँ कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयाँ करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। अभी ਦੇ ਮੁਖੀ ਹੋਣ ਦੇ ਨਾਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਦੱਸ ਦਿੱਤਾ ਗਿਆ, ਤਸਦੀਕ ਕਰ ਦਿੱਤਾ ਗਿਆ ਹੈ ਕਿ ਗੋਲਡੀ ਬਰਾੜ ਨੂੰ ਡਿਟੇਨ ਕੀਤਾ ਜਾ ਚੁੱਕਾ ਹੈ, ਹਿਰਾਸਤ ਚ ਲਿਆ ਜਾ ਚੁੱਕਾ ਹੈ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਕਿਉਂਕਿ ਹੁਣ ਤੱਕ सूत्रा दे हवाले तो एक खबर सी पर हुण तस्दीक हो चुकी है, गोल्डी बराड़ डिटेन हो चुके हैं, गोल्डी बराड़ पकड़ जा चुके हैं, गोल्डी बराड़ नूं काबू किया जा चुका है, निगरानी दे विच रख लिया गया। तो हुण एक कह सकते हैं कि अगे दा प्रोसेस शुरू होएगा, पर यह पहली खबर खास तौर पर सिद्धू मूसेवाला दे मापियां दे लई एक चंगी खबर है। गगन बिल्कुल, और जेकर भगवंत मान दे बयान नूं वर्ड टू वर्ड सी उन्होंने बकायदा यह कहा कि मैं बड़ा एक जिम्मेवारी दे नाल उन्होंने कहा कि मैं स्टेट दा हेड होने दे नाते, यानी उस कैपेसिटी दे विच सिर्फ एक पार्टी लीडर होने दे नाते नहीं, सिर्फ एक लीडर होने दे नाते नहीं, इस वेले जिहड़ा भगवंत मान दा बयान सामने आया उन्होंने कहा कि मैं स्टेट दा हेड होने दे नाते इस गल दी तस्दीक करदा है, कंफर्म कर रहे हैं कि गोल्डी बराड़ नूं डिटेन किया जा चुका है। यानी इसका मतलब क्या है, देखो स्टेट दे सीएम ने बयान दिता है तो स्टेट दे सीएम ने कंफर्म किया है सेंटर गवर्नमेंट तो बिल्कुल कि अजिही एक्टिविटी हुई है, और सेंटर वालों होम मिनिस्ट्री होवे या मिनिस्ट्री ऑफ फॉरेन अफेयर्स होवे उन्होंने इस गल नूं कंफर्म किया है। बाहरों जिहड़ी एम्बेसीज होंदियां ने उन्हां दे नाल कॉन्टैक्ट करके कि ये एक्टिविटी हुई है, उत्थे कार्रवाई हुई है, उत्थों यस हुई, सेंटर गवर्नमेंट ने यस की, स्टेट गवर्नमेंट ने, और स्टेट दे हेड होने के नाते भगवंत मान भी यस करते नजर आए ने। हुण तक सूत्रां दे हवाले तो असीं कह रहे सीगे, पर हुण एक कंफर्म खबर हैगी है। पंकज दे कोल चलदे हैं। पंकज कपाही मेरे सहयोगी मौजूद ने फोन लाइन ते। पंकज, हुण तक सूत्रा दे हवाले तो एक खबर असीं दर्शकां तक पहुंचा रहे सी, पर भगवंत मान सीएम ने तस्दीक कर दिता है कि डिटेन हो चुके हैं गोल्डी बराड़ अमेरिका दे विच। बिल्कुल बिल्कुल गुरजोत, न्यूज़ 18 ने सब तो पहला ये खबर जी है सवेरे ही दर्शकों के नाल साझी की सी, और सोर्सिस जो साडे अमेरिका दे विच बैठे हुए ने उन्हां दे हवाले तो असीं ये जानकारी दी सी। और अज मुख्यमंत्री गुजरात दे विच सीगे, गुजरात दे विच प्रेस कॉन्फ्रेंस कर रहे सीगे, उन्हां ने खुद इस बाबत इस पूरी गलबात नूं लैके उन्होंने जो कहा, जो एक वड्डी स्टेटमेंट जी है मुख्यमंत्री के सामने आई, उन्होंने कहा कि मैं हैड ऑफ स्टेट होने के नाते ये बड़ी जिम्मेदारी नाल गल कह रहा कि जिहड़ा गोल्डी बराड़ डिटेन कर लिता गया, उन्होंने कहा कि जल्द
ਗੋਲਡੀ ਬਰਾੜ ਨੂੰ ਜਿਹੜਾ ਵਾ ਉਹ ਪੰਜਾਬ ਲਿਆਂਦਾ ਜਾਏਗਾ ਔਰ सख्त तो सख्त सजा जी है गोल्डी बराड़ नूं दवाई जाएगी। ये मुख मंत्री ने इस बाबत कहा, उन्होंने कहा कि केंद्र की एजेंसियों के नाल पंजाब पुलिस का जो तालमेल लगातार चल रहा सी। रेड कॉर्नर नोटिस जो है वो गोल्डी बराड़ नूं दिता सीगा। जिस तरीके दे नाल यूएस दे विच जिहड़ी असीं सवेर तो जिहड़ी सोर्सिस तो जिहड़े साडे अमेरिका च बैठे सोर्सिस जानकारी दे रहे सीगे, उस तो उस गल नूं मोहर लगाते हुए मुख मंत्री नजर आए। उस गल ते पुख्ता मोहर लगाते हुए नजर आए ने मुख मंत्री। और उन्होंने कहा कि मैं जिम्मेवारी ना कहना कि डिटेन कर रहे हो, जल्द जी एक प्रक्रिया होंगी है, जो एक सिस्टम होंगे यूएस की जड़ियाँ तमाम पुलिस है या एजेंसियां है उन्होंने नाल तालमेल बिठा के जल्द तो जल्द पंजाब लियाने की कोशिश की है वो गोल्डी बराड़ नूं की जाएगी। क्योंकि जो सिद्धू मूसेवाला का कत्ल होया सी तां सब तो पहला शाम 7:15 बजे के करीब गोल्डी बराड़ ने जिम्मेवारी ली थी। गोल्डी बराड़ उस वेले कैनेडा दे विच सी। गोल्डी बराड़ ने किस तरीके दे नाल हथियार मुहैया करवाए, किस तरीके नाल प्लैनिंग विदेश दे विच रखी, लोरेंस बिनोई दे नाल किवें जेल की गलबात की, एक पूरा ताना बाना या कहिए कि मास्टरमाइंड जिहड़ा है वो पूरे कतल दे विच सीगा। और लगातार पंजाब पुलिस नजर बना के रखी थी। गैंगस्टर एंटी टास्क फोर्स जो पंजाब पुलिस का वो लगातार नजर बना के रखा थी। और पंजाब पुलिस की जी दिल्ली पुलिस और केंद्र की एजेंसियों के नाल तालमेल तो बाद जिहड़ा है हुण अमेरिका दे विच डिटेन गोल्डी बराड़ नूं कर लिता है। इस गल की पुख्ता जानकारी जिहड़ी है मुख मंत्री भगवंत मान दे वल्लों गुजरात दे विच दित्ती गई है। जी जी बिल्कुल ठीक है पंकज, धन्यवाद है तमाम जानकारी ली। इस दे विच तीन चीज़ां ने। पहला तो यह है क्योंकि हुण तक ये जानकारी जिहड़ी सोर्सिस तो आ रही सी, तां हुण तस्दीक हो चुका है, पुष्टि कर दी है सीएम भगवंत मान ने कि गोल्डी बराड़ फड़िया गया। तो दूजा सिद्धू मूसेवाला दे मापे जिन्हां दा कहना सी कि असीं उदों तक विश्वास नहीं करांगे जदों तक सानू पुख्ता तौर ते ये पता नहीं लग जाता। यानी कि हुण ये पूरा साफ हो चुका है कि गोल्डी बराड़ डिटेन हो चुका है अमेरिका दे विच और सीएम भगवंत मान ने यह बयान दिता। बिल्कुल, और सीएम भगवंत मान ने बयान की दिता। एक बार फिर सुनाने हैं संक्षेप विच है बयान, पर उस बयान के मायने बहुत वड्डे ने। की कह रहे हैं मुख्यमंत्री भगवंत मान, इस सुनाने। अभी आज सुबह की न्यूज है जो कि कंफर्म न्यूज है, मैं बीइंग ए हेड ऑफ स्टेट ये बता रहा हूं कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयां करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। तो ये गैंगस्टर कल्चर बड़ी जल्दी, मैं पहले ही बोल चुका हूं पंजाब में बड़ी जल्दी गैंगस्टर कल्चर आपको खत्म मिलेगा। वो बाहर बैठे हैं इसलिए हमें थोड़ा थ्रू द चैनल जाना पड़ रहा है। रिसेंटली अभी हमने गोल्डी बराड़ को रेड कॉर्नर नोटिस जारी करवाया था होम मिनिस्ट्री से, तो अभी हमें पता चला है वो डिटेन हो गया है। जल्दी ही उसको यहाँ पे लाया जाएगा। बड़ी बड़ी हत्याओं में उसका हाथ है और कानून के मुताबिक उसको सख्त से सख्त। अभी आज सुबह की न्यूज है जो कि कंफर्म न्यूज है, मैं बीइंग ए हेड ऑफ स्टेट ये बता रहा हूं कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयां करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। तो ये गैंगस्टर कल्चर बड़ी जल्दी, मैं पहले ही बोल चुका हूं पंजाब में बड़ी जल्दी गैंगस्टर कल्चर आपको खत्म मिलेगा। वो बाहर बैठे हैं इसलिए हमें थोड़ा थ्रू द चैनल जाना पड़ रहा है। रिसेंटली अभी हमने गोल्डी बराड़ को रेड कॉर्नर नोटिस जारी करवाया था होम मिनिस्ट्री से, तो अभी हमें पता चला है वो डिटेन हो गया है। जल्दी ही उसको यहाँ पे लाया जाएगा। बड़ी बड़ी हत्याओं में उसका हाथ है और कानून के मुताबिक उसको सख्त से सख्त सजा मिलेगी और परिवारों को इंसाफ मिलेगा। न्यूज़ 18 की खबर ते मोहर लगी है। सब तो पहला न्यूज़ 18 पंजाब दे वालों एक खबर जी है दर्शकों तक पहुंचाई गई थी सवेर दे वेले कि गोल्डी बराड़ डिटेन हो गया। हालांकि उस वेले सोर्सिस के हवाले तो एक खबर थी, तो हुण गोल्डी बराड़ दी रफ्तार ते
ब्रेक लगी है, कित्थे तक दौड़ जिहड़ी है उसी साफ तौर ते लगातार चर्चा हुंदी रही है। कैनेडा तो कैलिफोर्निया गया क्योंकि सब तक ये जानकारी पहुंच गई सी कि कैनेडा दे विच गोल्डी बराड़ है, पर उसने टिकाणे बदले और किस तरीके दे नाल हुण डिटेन किया गया है। ये जानकारी लगातार असीं दर्शकों तक पहुंचा रहे हैं क्योंकि 20 नवंबर नूं ये जानकारी है गगन कि उसदे नेड़े तेड़े ये डिटेन कर लिया गया सी। बिल्कुल 20 नवंबर के नेड़े तेड़े डिटेन किया गया सी गुरजोत। और सब तो वड्डी गल हुण डिटेल्ड जिहड़ा बयान है मुख मंत्री का बयान जेकर असीं ਜਿਹੜਾ ਦਰਸ਼ਕਾਂ ਨੂੰ ਸੁਣਾਇਆ ਡਿਟੇਲਡ ਬਿਆਨ ਜਿਹੜਾ ਹੈਗਾ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਗੈਂਗਸਟਰ ਸੀਗਾ ਵੱਡੇ ਪੱਧਰ ਦਾ, ਅਸੀਂ ਇਸ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਾਇਆ ਸੀਗਾ ਕੇਂਦਰ ਸਰਕਾਰ ਨੂੰ ਅਪੀਲ ਕਰਕੇ। ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਤੇ ਕਨਫਰਮ ਇਹ ਹੋਇਆ ਕਿ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ। ਕੈਲੀਫੋਰਨੀਆ ਨੇ ਸਾਨੂੰ ਦੱਸਿਆ, ਕੈਲੀਫੋਰਨੀਆ ਦੇ ਨਾਲ ਵੀ ਸਾਡਾ ਰਾਬਤਾ ਕਾਇਮ ਹੈ, ਯਾਨੀ ਉੱਥੇ ਜਿਹੜੀ ਇੰਡੀਅਨ ਐਮਬੈਸੀ ਹੈ, ਇੰਡੀਅਨ ਆਫੀਸਰਸ ਜਿੱਥੇ ਉੱਥੇ ਜਿਹੜੇ ਉੱਥੇ ਡਿਪੋਰਟ ਹੁੰਦੇ ਜਿਹੜੇ ਅਪਾਇੰਟ ਹੁੰਦੇ ਨੇ ਉਹਨਾਂ ਨੇ ਇਹ ਕਨਫਰਮ ਕੀਤਾ ਕਿ ਹਾਂ ਉਸ ਨੂੰ डिटेन किया गया है। ते सब तो वड्डी गल यह है कि इकल्ला रेड कॉर्नर नोटिस कम नहीं करता। इसते बारे एक अहम गल यह है कि 211 इंडियन अजिहे ने जिन्हां दे खिलाफ इंटरपोल ने रेड कॉर्नर नोटिस जारी किया हुआ है। इंटरपोल की वैबसाइट ते टोटल वेरवा हैगा उन्हां दा। इंडियन से जेकर वेरवा तुसीं देखो तो 211 इंडियन निकलदे वड्डा आंकड़ा, वड्डा आंकड़ा हैगा। उस दे विच पहली लाइन दे विच जेकर जदों क्योंकि तस्वीरां दे नाल आंदा वो आंकड़ा पहली लाइन दे विच दूजी या तीजी फोटो जिहड़ी है कि वो सतविंदरजीत सिंह उर्फ गोल्डी बराड़ दी है। ते गोल्डी बराड़ दे खिलाफ भी रेड कॉर्नर नोटिस जारी होया सी, उस तो पहला भी हो चुका है कई लोगों के खिलाफ, पर एक प्रेशर बिल्डअप जिहड़ा हैगा वो किया गया है। किते ना किते ये समझना होएगा सानू कि 211 इंडियंस के खिलाफ रेड कॉर्नर नोटिस जारी है जिहड़ा इंटरपोल दा आंकड़ा है, उन्हां चों गोल्डी बराड़ दा डिटेन होना, इसका मतलब की हैगा एक प्रेशर बिल्डअप होया, एक प्रेशर बिल्डअप एक्सरसाइज हुई है क्योंकि लगातार हो गई रहा सी पंजाब विच। तुहानूं एक बार थोड़ा जिहा सी जेकर थोड़ा जिहा बैकग्राउंड भी जाइए, पंकज दे कोल भी चलांगे असीं थोड़ा जिहा बैकग्राउंड भी जाइए तो सिद्धू मूसेवाले के कतल तो बाद ਜਿਹੜੇ ਕਤਲ ਹੋਰ ਹੋਏ ਨੇ, ਚਾਹੇ ਭਾਵੇਂ ਉਹ ਪ੍ਰਦੀਪ ਸਿੰਘ ਦਾ ਕਤਲ ਹੋਇਆ ਜਾਂ ਇਸ ਤਰੀਕੇ ਦੀਆਂ ਹੋਰ ਵਾਰਦਾਤਾਂ ਹੋਈਆਂ, ਉਸ ਦੇ ਵਿੱਚ ਗੋਲਡੀ ਬਰਾੜ ਬਾਹਰ ਬੈ ਕੇ ਸੋਸ਼ਲ ਮੀਡੀਆ ਤੇ ਜਿਸ ਦਿਨ ਕਤਲ ਹੁੰਦਾ ਜਾਂ ਤਾਂ ਉਸੇ ਦਿਨ ਜਾਂ ਉਸ ਤੋਂ ਅਗਲੇ ਦਿਨ ਯਾਨੀ 24 ਘੰਟੇ ਦੇ ਅੰਦਰ ਅੰਦਰ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਬੜੀ ਜ਼ਿੰਮੇਵਾਰੀ ਲੈ ਰਿਹਾ ਸੀ ਕਿ ਮੈਂ ਇਹ ਕੰਮ ਕਰਾ ਰਿਹਾ। ਔਰ ਉਸ ਨੂੰ ਕਿਹੜਾ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ? ਉਸ ਨੂੰ ਉਹ ਰੰਗ ਦੇ ਰਿਹਾ ਸੀਗਾ ਧਾਰਮਿਕ ਪੱਖ ਦਾ। ਤੁਹਾਨੂੰ ਯਾਦ ਹੋਏਗਾ ਨਿਊਜ਼ 18 ਪੰਜਾਬ ਦੇ ਨਿਊਜ਼ 18 ਦੇ ਸਾਡੇ ਸਹਿਯੋਗੀ ਆਨੰਦ ਤਿਵਾਰੀ ਨੂੰ ਜਦੋਂ ਵੀਡੀਓ ਕਾਲ ਕੀਤੀ ਹੈ ਗੋਲਡੀ ਬਰਾੜ ਨੇ, उस वीडियो कॉल दे विच भी गोल्डी बराड़ इन्हां सारे कम्मां दे पिछे हवाला ये दे रहा सी कि असीं तां पंथ दा काम कीता, असीं धर्म दा काम कीता है। यानी किते ना किते जेड़ा काम टेररिस्ट करदे ने, टेररिस्ट की करदे ने, कत्ल गारत करदे ने, लोकां नूं मारदे ने और उस नूं फिर साबित करन दी कोशिश करदे ने कि असीं किसी खास मजहब दे लिए काम कर रहे हैं। ਉਹੀ रंग दे रहा ਸੀਗਾ ਗੋਲਡੀ ਬਰਾੜ ਵਿਦੇਸ਼ਾਂ ਵਿੱਚ ਬੈਠ ਕੇ ਇਹ ਸਾਰੇ ਕਤਲੋ ਗਾਰਤ ਨੂੰ ਬਿਲਕੁਲ ਉਹ ਕੋਸ਼ਿਸ਼ ਕਰ ਰਿਹਾ ਸੀ। ਸੋ ਇਸ ਕਰਕੇ ਇੱਕ ਪ੍ਰੈਸ਼ਰ ਬਿਲਡ ਅਪ ਹੋਇਆ, एक्सरसाइज हुई और उस तो बाद सिर्फ रेड कॉर्नर नोटिस नहीं हुण डिटेन कर लिया गया। पंकज दे कोल चलदे हैं। पंकज कन्फर्मेशन हुई है, कन्फर्मेशन सीएम दे वल्लों डिटेल कन्फर्मेशन कीती है सीएम ने कि साडी गलबात हुई है, असी रेड कॉर्नर नोटिस जारी कराया और हुण डिटेन कर लिया गया गोल्डी नूं। बिल्कुल बिल्कुल गगन, सब तो पहला न्यूज़ 18 एक खबर सवेर तो प्रमुखता दे नाल बड़ी ਜ਼ਿੰਮੇਵਾਰੀ ਦੇ ਨਾਲ ਦਿਖਾ ਰਿਹਾ ਸੀਗਾ। ਜਿਹੜੇ ਸਾਡੇ ਅਮਰੀਕਾ ਦੇ ਵਿੱਚ ਸੋਰਸਿਸ ਬੈਠੇ ਨੇ ਉਹਨਾਂ ਦੇ ਹਵਾਲੇ ਤੋਂ ਲਗਾਤਾਰ ਅਸੀਂ ਇਹ ਖਬਰ ਨੂੰ ਦਿਖਾ ਰਹੇ ਸੀਗੇ ਔਰ ਮੁੱਖ ਮੰਤਰੀ ਦਫ਼ਤਰ ਦੇ ਨਾਲ ਲਗਾਤਾਰ ਅਸੀਂ ਸੰਪਰਕ ਸਾਧਨ ਦੀ ਕੋਸ਼ਿਸ਼ ਕਰ ਰਹੇ ਸੀ, ਡੀਜੀਪੀ ਦਫ਼ਤਰ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਪਾਸੋਂ ਕੋਈ ਸਟੇਟਮੈਂਟ ਆਵੇ, ਕੋਈ ਗੱਲਬਾਤ ਕੀਤੀ ਜਾਵੇ ਕਿਉਂਕਿ ਸੋਰਸਿਸ ਤੋਂ ਇਹ ਬਹੁਤ ਵੱਡੀ ਖਬਰ ਸੀਗੀ। ਔਰ ਅੱਜ ਮੁੱਖ ਮੰਤਰੀ ਗੁਜਰਾਤ ਦੇ ਵਿੱਚ ਨੇ, ਗੁਜਰਾਤ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਤਾਂ ਉਹਨਾਂ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ। ਉਹਨਾਂ ਨੇ ਇਸ ਬਾਬਤ ਕਿਹਾ ਕਿ ਜਿਹੜੀ ਖਬਰ ਦਿਖਾਈ ਜਾ ਰਹੀ ਸੀਗੀ ਉਸ ਬਾਰੇ ਜਾਣਕਾਰੀ ਮਿਲੀ ਹੈ, ਉਸ ਬਾਰੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਜ਼ਿੰਮੇਵਾਰੀ ਦੇ ਨਾਲ ਹੈੱਡ ਆਫ ਸਟੇਟ ਹੋਣ ਦੇ ਨਾਤੇ ਇਹ ਦੱਸ ਰਿਹਾ ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿੱਤਾ ਗਿਆ ਵਾ। ਉਹਨਾਂ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿੱਤਾ ਗਿਆ ਕਿਉਂਕਿ ਪੰਜਾਬ ਪੁਲਿਸ ਲਗਾਤਾਰ ਕੇਂਦਰ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਨਾਲ ਤਾਲਮੇਲ ਬਣਾ ਕੇ ਬੈਠੀਆਂ ਹੋਈਆਂ ਸੀਗੀਆਂ ਔਰ ਕਿਉਂਕਿ ਇਹ ਇਸ ਗੱਲ ਦਾ ਕਲੀਅਰ ਸੀਗਾ ਕਿ ਗੋਲਡੀ ਬਰਾੜ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਹੈ। ਕੈਨੇਡਾ ਤੋਂ ਉਸਨੇ ਲੋਕੇਸ਼ਨ ਬਦਲ ਕੇ ਅਮਰੀਕਾ ਚਲਾ ਗਿਆ ਔਰ ਜਿਸ ਤਰੀਕੇ ਦੇ ਨਾਲ ਕਿਸੇ ਕਤਲ ਨੂੰ ਕਰ ਕਿਉਂਕਿ ਪਹਿਲਾਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਉਹਨੇ ਫੇਸਬੁੱਕ ਤੇ ਜ਼ਿੰਮੇਵਾਰੀ ਲਈ, ਉਸ ਤੋਂ ਬਾਅਦ ਪ੍ਰਦੀਪ ਦਾ ਕਤਲ ਹੋਇਆ ਫਿਰ ਫੇਸਬੁੱਕ ਤੇ ਜ਼ਿੰਮੇਵਾਰੀ ਲਈ। ਹਾਲਾਂਕਿ ਜਿਹੜੇ ਆਈਪੀ ਦੇ ਜ਼ਰੀਏ ਯਾਨੀ ਕਿ ਇੰਟਰਨੈਟ ਦੇ ਜ਼ਰੀਏ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉਸ ਵੇਲੇ ਤੱਕ ਉਹ ਡਿਲੀਟ ਜਿਹੜੀ ਹੈ ਪੋਸਟ ਕਰ ਦਿੱਤੀ ਜਾਂਦੀ ਸੀਗੀ। ਲੇਕਿਨ ਏਜੰਸੀਆਂ ਦੀ ਪੂਰੀ ਨਜ਼ਰ ਸੀ, ਸਾਈਬਰ ਸੈੱਲ ਦੀ ਪੂਰੀ ਨਜ਼ਰ ਸੀਗੀ ਕਿ ਕਿਸ ਲੋਕੇਸ਼ਨ ਤੇ ਗੋਲਡੀ ਬਰਾੜ ਹੋ ਸਕਦਾ ਹੈ ਕਿਉਂਕਿ ਗੋਲਡੀ ਬਰਾੜ ਤੇ ਜਿਹੜੇ ਗੁਰਗੇ ਵੀ ਫੜੇ
ਉਸ ਤੋਂ ਵੀ ਕੁਝ ਇਨਫੋਰਮੇਸ਼ਨ ਜਿਹੜੀ ਹੈ ਉਹ ਦਿੱਲੀ ਸਪੈਸ਼ਲ ਸੈੱਲ ਨੂੰ ਮਿਲੀ। ਲਾਰੈਂਸ ਬਿਸ਼ਨੋਈ ਪਹਿਲਾਂ ਤੋਂ ਗਿਰਫਤ ਦੇ ਵਿੱਚ ਹੈ, ਇਸ ਵੇਲੇ ਦਿੱਲੀ ਦੇ ਵਿੱਚ ਹੈ। ਤਾਂ ਇਹ ਸਾਰੀ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਲਗਭਗ 6 ਮਹੀਨੇ 8 ਮਹੀਨੇ ਲੱਗੇ ਨੇ ਔਰ 6 ਮਹੀਨਿਆਂ ਬਾਅਦ ਹੁਣ ਗੋਲਡੀ ਬਰਾੜ ਨੂੰ ਡਿਟੇਨ ਕਰ ਲਿੱਤਾ ਗਿਆ ਹੈ। ਇਹ ਮੁੱਖ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਮੁੱਖ ਮੰਤਰੀ ਨੇ ਇਸ ਬਾਬਤ ਕਿਹਾ ਹੈ ਕਿ ਜਲਦ ਗੋਲਡੀ ਬਰਾੜ ਨੂੰ ਭਾਰਤ ਲਿਆਇਆ ਜਾਏਗਾ, ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਔਰ ਪਰਿਵਾਰ ਨੂੰ, ਜਿਹੜੇ ਸਿੱਧੂ ਮੂਸੇਵਾਲਾ ਦੇ ਪਿਤਾ ਲਗਾਤਾਰ ਇਸ ਗੱਲ ਨੂੰ ਕਹਿ ਰਹੇ ਨੇ, ਪੰਜਾਬ ਪੁਲਿਸ ਨੂੰ ਲਗਾਤਾਰ ਕਹਿੰਦੇ ਹੋਏ ਨਜ਼ਰ ਆਉਂਦੇ ਨੇ, ਪੰਜਾਬ ਦੇ ਲੋਕਾਂ ਨੂੰ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਮੇਰਾ ਪੁੱਤਰ ਚਲਾ ਗਿਆ, ਇਨਸਾਫ ਕਦੋਂ ਮਿਲੇਗਾ। ਤਾਂ ਉਸ ਪਰਿਵਾਰ ਨੂੰ, ਸਿੱਧੂ ਦੇ ਪਿਤਾ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜਲਦ ਇਨਸਾਫ ਜਿਹੜਾ ਵੈ ਉਹ ਉਸ ਪਰਿਵਾਰ ਨੂੰ ਮਿਲੇਗਾ, ਕਿਉਂਕਿ ਇਹ ਮੁਹਿੰਮ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇੰਟਰਨੈਸ਼ਨਲ ਲੈਵਲ ਤੇ ਵੀ ਚਲਾ ਦਿੱਤੀ ਸੀ। ਤੁਸੀਂ ਦੇਖਿਆ ਹੋਣਾ ਯੂਕੇ ਗਏ, ਯੂਕੇ ਦੇ ਉੱਥੇ ਮੈਂਬਰ ਪਾਰਲੀਮੈਂਟ ਨੂੰ ਗਏ, ਵਿਦੇਸ਼ਾਂ 'ਚ ਜਦੋਂ ਜਾ ਰਹੇ ਸੀਗੇ, ਜਿਹੜੇ ਇੰਟਰਨੈਸ਼ਨਲ ਗਾਇਕ ਨੇ, ਜਿਹੜੇ ਰੈਪਰ ਨੇ, ਜਿਹੜੇ ਸਿੱਧੂ ਮੂਸੇਵਾਲਾ ਨਾਲ ਕੰਮ ਕਰ ਚੁੱਕੇ ਨੇ, ਉਹਨਾਂ ਨੇ ਵੀ ਇੱਕ ਮੁਹਿੰਮ, ਇੱਕ ਮੋਮੈਂਟੋ ਚਲਾਈ ਸੀਗੀ ਔਰ ਅਮਰੀਕਾ ਦੀ ਏਜੰਸੀਆਂ ਨੂੰ ਵੀ ਇਸ ਬਾਬਤ ਜਾਣਕਾਰੀ ਮਿਲੀ ਸੀਗੀ। ਤਾਂ ਇਹ ਇਸ ਗੱਲ ਦੀ ਤਸਦੀਕ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਰ ਦਿੱਤੀ ਗਈ ਹੈ ਕਿ ਗੋਲਡੀ ਬਰਾੜ ਹੁਣ ਡਿਟੇਨ ਕਰ ਦਿੱਤਾ ਗਿਆ। ਲੇਕਿਨ ਜਿਹੜਾ ਇੱਕ ਪੂਰਾ ਅਸੀਂ ਵੀ ਗੱਲਬਾਤ ਕੀਤੀ ਹੈ ਨਿਊਜ਼ 18 ਪੰਜਾਬ ਨੇ, ਜਿਸ ਵੇਲੇ ਅਸੀਂ ਖਬਰ ਦਿਖਾਈ ਹੈ ਦਰਸ਼ਕਾਂ ਨੂੰ ਕਿ ਡਿਟੇਨ ਹੋ ਗਿਆ ਹੈ ਗੋਲਡੀ ਬਰਾੜ, ਤਾਂ ਉਹਨਾਂ ਦਾ ਕਹਿਣਾ ਸੀ ਬਲਕੌਰ ਸਿੰਘ ਹੋਰਾਂ ਦਾ ਕਿ ਮੈਂ ਵਿਸ਼ਵਾਸ ਉਦੋਂ ਤੱਕ ਨਹੀਂ ਕਰਾਂਗਾ ਜਦੋਂ ਤੱਕ ਮੈਨੂੰ ਪੂਰੀ ਪੁਖਤਾ ਜਾਣਕਾਰੀ ਨਹੀਂ ਹੁੰਦੀ। ਯਾਨੀ ਕਿ ਪਹਿਲੀ ਵਾਰ 'ਚ ਤਾਂ ਇਹ ਵਿਸ਼ਵਾਸ ਕਰਨਾ ਵੀ ਔਖਾ ਲੱਗ ਰਿਹਾ ਸੀ, ਅਚੰਭਾ ਲੱਗ ਰਿਹਾ ਸੀ ਕਿ ਗੋਲਡੀ ਬਰਾੜ ਨੂੰ ਵਾਕਈ ਡਿਟੇਨ ਕੀਤਾ ਜਾ ਸਕਦਾ ਹੈ, ਜੋ ਬਿਲਕੁਲ ਅਲੋਪ ਸੀਗਾ ਇਸ ਸਮੇਂ ਔਰ ਲਗਾਤਾਰ ਚਰਚਾਵਾਂ ਭਾਰਤ 'ਚ ਪੰਜਾਬ 'ਚ ਹੁੰਦੀਆਂ ਸੀ, ਵੱਡਾ ਕਤਲ ਕਰਵਾਉਂਦਾ ਹੈ ਪਰ ਉਹ ਲੁਕਿਆ ਬੈਠਾ ਸੀ। ਔਰ ਤਾਂ ਵੀ ਅਹਿਮ ਹੈ, ਜ਼ਿਕਰ ਇਹ ਵੀ ਕਰਾਂਗੇ ਜਦੋਂ ਪਿਛਲੇ ਦਿਨਾਂ 'ਚ ਡੀਜੀਪੀ ਗੌਰਵ ਯਾਦਵ ਬਿਆਨ ਦਿੰਦੇ ਨੇ ਕਿ ਜਲਦੀ ਗੋਲਡੀ ਬਰਾੜ ਨੂੰ ਪੰਜਾਬ ਲਿਆਂਦਾ ਜਾਏਗਾ ਕਾਬੂ ਕਰਕੇ। ਪੰਕਜ, ਦੇਖੋ ਪੰਜਾਬ ਦੇ ਡੀਜੀਪੀ ਪਿਛਲੇ 4 ਮਹੀਨਿਆਂ ਤੋਂ ਇਸ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਸੀ। ਲਗਾਤਾਰ ਕੇਂਦਰ ਸਰਕਾਰ ਦੀ ਏਜੰਸੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ, ਜਿਹੜੇ ਗੁਰਗੇ ਵੀ ਫੜੇ ਗਏ ਉਹਨਾਂ ਤੋਂ ਜਿਹੜੇ ਇਨਪੁਟ ਮਿਲੇ ਉਸ ਦੇ ਆਧਾਰ ਤੇ ਕਿ ਕਿਵੇਂ ਗੋਲਡੀ ਬਰਾੜ ਨੂੰ ਇੰਡੀਆ ਲਿਆਂਦਾ ਜਾਵੇ, ਕਿਵੇਂ ਉਸ ਨੂੰ ਉੱਥੇ ਡਿਟੇਨ ਕੀਤਾ ਜਾਵੇ, ਕਿਵੇਂ ਉਸ ਦੇ ਉੱਤੇ ਸ਼ਿਕੰਜਾ ਕੱਸਿਆ ਜਾਵੇ। ਪੰਜਾਬ ਦੇ ਡੀਜੀਪੀ ਮੁੱਖ ਮੰਤਰੀ ਲਗਾਤਾਰ ਇਸ ਬਾਬਤ ਜਿਹੜਾ ਵੈ ਉਹ ਗੱਲਬਾਤ ਕਰ ਰਹੇ ਸੀਗੇ। ਲੇਕਿਨ ਇਹ ਇੰਨਾ ਆਸਾਨ ਨਹੀਂ ਹੁੰਦਾ ਕਿ ਵਿਦੇਸ਼ ਜਾ ਕੇ ਪੰਜਾਬ ਪੁਲਿਸ ਜਾਵੇ ਜਾਂ ਕੇਂਦਰ ਦੀ ਏਜੰਸੀ ਜਾਵੇ ਔਰ ਗ੍ਰਿਫਤਾਰ ਕਰਕੇ ਲੈ ਕੇ ਆਇਆ ਜਾਵੇ। ਤਾਂ ਅਜਿਹੇ 'ਚ ਸਮਾਂ ਲੱਗਾ, ਸਮਾਂ ਇਸ ਕਰਕੇ ਵੀ ਲੱਗਾ ਕਿਉਂਕਿ ਇਹ ਇੰਟਰਨੈਸ਼ਨਲ ਇਹ ਪੂਰੀ ਜਿਹੜਾ ਇਸ ਕਤਲੋ ਗਾਰਤ ਨੂੰ ਕੀਤਾ ਗਿਆ। ਤਾਂ ਅਜਿਹੇ ਚ ਹੁਣ ਅਹਿਮ ਹੈ ਕਿਉਂਕਿ ਮੁੱਖ ਮੰਤਰੀ ਨੇ ਇੱਕ ਗੱਲ ਹੋਰ ਬੜੀ ਸਪਸ਼ਟਤਾ ਦੇ ਨਾਲ ਕਹੀ ਹੈ ਕਿ ਸਮਾਂ ਲੱਗਦਾ ਹੈ ਜਦੋਂ ਇਸ ਤਰੀਕੇ ਨਾਲ ਵਿਦੇਸ਼ ਤੋਂ ਕਿਸੇ ਨੂੰ ਲਿਆਣਾ ਜਾਂਦਾ ਹੋਵੇ, ਯਾਨੀ ਕਿ 2-4 ਦਿਨ ਨਹੀਂ, ਕਿੰਨਾ ਸਮਾਂ ਲੱਗੇਗਾ। ਇਸ ਦੇ ਵਿੱਚ ਇਹ ਵੀ ਵੇਖਣਾ ਹੋਏਗਾ ਕਿ ਗੋਲਡੀ ਬਰਾੜ ਜਿਹੜਾ ਅਮਰੀਕਾ 'ਚ ਗਿਆ ਸੀ, ਕੀ ਉੱਥੋਂ ਦੀ ਨਾਗਰਿਕਤਾ ਲਈ ਸੀ ਜਾਂ ਨਾਗਰਿਕਤਾ ਨਹੀਂ ਲਈ ਸੀ, ਤਾਂ ਕੀ ਉੱਥੋਂ ਦੇ ਕਿਸ ਤਰੀਕੇ ਨਾਲ ਵੀਜ਼ੇ ਦੇ ਉੱਤੇ ਰਹਿ ਰਿਹਾ ਸੀਗਾ, ਉਸੇ ਦੇ ਆਧਾਰ ਤੇ ਉਹ ਪੂਰਾ ਇੱਕ ਪ੍ਰੋਟੋਕੋਲ ਚੱਲੇਗਾ, ਪੂਰਾ ਇੱਕ ਪ੍ਰੋਸੈਸ ਚੱਲੇਗਾ ਔਰ ਉਸ ਤੋਂ ਬਾਅਦ ਹੀ ਜਿਹੜਾ ਉਸ ਨੂੰ ਲਿਆਂਦਾ ਜਾਏਗਾ। ਮੁੱਖ ਮੰਤਰੀ ਨੇ ਇੱਕ ਗੱਲ ਨੂੰ ਮੰਨਿਆ ਹੈ ਕਿ ਜਦੋਂ ਵਿਦੇਸ਼ ਇਸ ਤਰੀਕੇ ਨਾਲ ਕੋਈ ਕਾਤਲ ਬੈਠਾ ਹੋਵੇ ਜਾਂ ਸਾਜ਼ਿਸ਼ ਕਰਤਾ ਜਾਂ ਮਾਸਟਰਮਾਈਂਡ ਬੈਠਾ ਹੋਵੇ ਤਾਂ ਉਸ ਨੂੰ ਲਿਆਉਣ 'ਚ ਸਮਾਂ ਲੱਗਦਾ ਹੈ ਔਰ ਇਸੇ ਵਜ੍ਹਾ ਕਰਕੇ ਦੇਰੀ ਲੱਗੀ। ਇੱਕ ਮੁੱਖ ਮੰਤਰੀ ਨੇ ਇਹ ਵੀ ਜਿਹੜਾ ਵੈ ਜਦੋਂ ਬਿਆਨ ਦਿੱਤਾ ਤਾਂ ਉਹਨਾਂ ਨੇ ਕਿਹਾ ਹੁਣ ਕਿੰਨਾ ਸਮਾਂ ਲੱਗੇਗਾ, ਕਿਵੇਂ ਇਹ ਪ੍ਰੋਸੈਸ ਚੱਲੇਗਾ, ਇਸ ਦਾ ਇੰਤਜ਼ਾਰ ਰਹੇਗਾ। ਡੀਜੀਪੀ ਦਫ਼ਤਰ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ, ਡੀਜੀਪੀ ਦਫ਼ਤਰ ਵੱਲੋਂ ਹੋਰ ਥੋੜੀ ਕਲੀਅਰੈਂਸ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਪੰਕਜ, ਪਰ ਇਸ ਦੇ ਵਿੱਚ ਇੰਪੋਰਟੈਂਟ ਕੀ ਹੈ? ਇੰਪੋਰਟੈਂਟ ਜਿਹੜਾ ਹੈਗਾ ਉਹ ਇਹ ਹੈ ਕਿ ਗੋਲਡੀ ਬਰਾੜ ਦਾ ਡਿਟੇਨ ਹੋਣਾ, ਕਿਉਂਕਿ ਅਬਰੋਡ ਕੋਈ ਗਿਆ, ਯੂਐਸ ਗਿਆ ਜਾਂ ਯੂਕੇ ਗਿਆ, ਉਸ ਨੂੰ ਡਿਟੇਨ ਵੀ ਕਰ ਲਿਆ ਜਾਵੇ ਤਾਂ ਉਸ ਦੇ ਪਿੱਛੇ ਵੀ ਇੱਕ ਪੂਰੀ ਐਕਸਰਸਾਈਜ਼ ਹੁੰਦੀ ਹੈ, ਐਕਸਰਸਾਈਜ਼ ਡਾਕੂਮੈਂਟੇਸ਼ਨ ਦੀ, ਐਕਸਰਸਾਈਜ਼ ਉਸ ਦੇ ਖਿਲਾਫ ਸਾਰੇ ਸਬੂਤ ਇਕੱਠੇ ਕਰਕੇ ਜਿਹੜਾ ਡੋਜ਼ੀਅਰ ਬਣਾ ਕੇ ਦੇਣਾ ਕਿ ਇਸ ਨੂੰ ਡਿਟੇਨ ਕੀਤਾ ਜਾਣਾ ਜ਼ਰੂਰੀ ਹੈ। ਇਹ ਸੋਸਾਇਟੀ ਲਈ ਖਤਰਾ ਹੈ ਔਰ ਸੋਸਾਇਟੀ ਸਿਰਫ ਇੰਡੀਅਨ ਸੋਸਾਇਟੀ ਨਹੀਂ, ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦਾ ਸ਼ਖਸ ਹੈ, ਇਸ ਨੂੰ ਜਿੱਥੇ ਵੀ ਇਹ ਰਹੇਗਾ ਉੱਥੇ ਕ੍ਰਾਈਮ ਕਰ ਸਕਦਾ ਹੈ। ਇਹ ਐਸ਼ੋਰੈਂਸ ਉਹਨਾਂ ਏਜੰਸੀਜ਼ ਨੂੰ ਦਿਵਾਣਾ, ਕਿਉਂਕਿ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਕੇਸਿਸ ਨੇ, ਮੈਂ ਗੁਰਜੋਤ ਦੇ ਨਾਲ ਵੀ ਇਹ ਗੱਲ ਕਰ ਰਿਹਾ ਸੀ ਕਿ 211 ਇੰਡੀਅਨਸ ਨੇ ਜਿਨ੍ਹਾਂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੈ ਇੰਟਰਪੋਲ ਦਾ, ਇੰਟਰਪੋਲ ਦੀ ਸਾਈਟ ਤੇ ਉਹਨਾਂ ਦੀ ਡਿਟੇਲਸ ਹੈਗੀਆਂ ਨੇ। ਗੋਲਡੀ ਬਰਾੜ ਦੇ ਖਿਲਾਫ ਵੀ ਰੈੱਡ ਕਾਰਨਰ ਨੋਟਿਸ ਜਾਰੀ ਹੁੰਦਾ ਹੈ, ਪਰ ਗੋਲਡੀ ਬਰਾੜ ਨੂੰ ਡਿਟੇਨ ਕੀਤਾ ਜਾਂਦਾ ਉਸ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਦੇ ਤਕਰੀਬਨ 1 ਤੋਂ 2 ਮਹੀਨੇ ਦੇ ਬਾਅਦ ਜਿਸ ਤਰੀਕੇ ਡਿਟੇਨ ਕਰ ਲਿਆ ਗਿਆ। ਇਹ ਆਪਣੇ ਆਪ ਵਿੱਚ ਇੱਕ ਵੱਡੀ ਐਕਸਰਸਾਈਜ਼ ਤਾਂ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਕੀਤੀ ਹੈ, ਜਿਸ ਦੇ ਵਿੱਚ ਸਕਸੈਸ ਮਿਲੀ ਹੈ ਕਿ ਉਹ ਪੂਰਾ ਪ੍ਰੂਫ ਜਿਹੜਾ ਹੈਗਾ ਔਰ ਅਮਰੀਕਨ ਏਜੰਸੀਜ਼ ਨੂੰ, ਅਮਰੀਕਨ ਸਿਕਿਉਰਿਟੀ ਏਜੰਸੀਜ਼ ਨੂੰ ਇਹ ਯਕੀਨ ਦਿਵਾਉਣ ਦੇ ਵਿੱਚ ਕਾਮਯਾਬ ਹੋਈ ਕਿ ਹਾਂ ਇਹ ਜਿਹੜਾ ਐਲੀਮੈਂਟ ਹੈਗਾ ਇਹ ਸੋਸਾਇਟੀ ਲਈ ਖਤਰਨਾਕ ਹੈ, ਇਸ ਕਰਕੇ ਇਸ ਨੂੰ ਡਿਟੇਨ ਕੀਤਾ ਜਾਵੇ। ਪੰਕਜ,
ਬਿਲਕੁਲ ਬਿਲਕੁਲ ਗਗਨ, ਇਸੇ ਕਰਕੇ ਮੁੱਖ ਮੰਤਰੀ ਨੇ ਜਦੋਂ ਕਿਹਾ ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ, ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਥੋੜਾ ਸਮਾਂ ਲੱਗਦਾ ਵਾ, ਕਿਉਂਕਿ ਜਿਹੜਾ ਇਹ ਇੰਟਰਨੈਸ਼ਨਲ ਪ੍ਰੋਸੈਸ ਹੈ, ਸਾਰੇ ਡਾਕੂਮੈਂਟ ਦਾ ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕੀਤਾ, ਪੂਰਾ ਇੱਕ ਬਿਊਰਾ ਦਿੱਤਾ ਜਾਏਗਾ, ਡੋਜ਼ੀਅਰ ਇੱਕ ਪੂਰਾ ਤਿਆਰ ਹੁੰਦਾ ਹੈ ਕਿ ਕਿਹੜੇ ਕਿਹੜੇ ਕਤਲ ਕੀਤੇ, ਕਿਵੇਂ ਕਤਲ ਕੀਤੇ, ਔਰ ਕਿਵੇਂ ਅਮਰੀਕਾ ਦੇ ਲਈ ਵੀ ਖਤਰਨਾਕ ਹੋ ਸਕਦਾ, ਔਰ ਕਿਵੇਂ ਭਾਰਤ ਦੇ ਲਈ ਇਹ ਬੇहद ਜ਼ਰੂਰੀ ਹੈ। ਇਹ ਸਾਰੀ ਡਾਕੂਮੈਂਟ ਜਿਹੜੇ ਆ, ਕਿਉਂਕਿ ਗੋਲਡੀ ਬਰਾੜ ਨੂੰ ਜਿਹੜਾ ਡਿਟੇਨ ਕੀਤਾ ਗਿਆ, ਇਹ ਅੱਜ ਜਾਂ ਕੱਲ ਨਹੀਂ ਕੀਤਾ ਗਿਆ। ਜਿਹੜੇ ਮੇਰੇ ਸੋਰਸਿਸ ਜਾਣਕਾਰੀ ਦੇ ਰਹੇ ਨੇ, ਉਹ 20 ਨਵੰਬਰ ਦੇ ਆਸ-ਪਾਸ, ਯਾਨੀ ਕਿ 10 ਦਿਨ ਲੱਗ ਗਏ, ਔਰ 10 ਦਿਨਾਂ 'ਚ ਇਹ ਖਬਰ ਲੀਕ ਤੱਕ ਨਹੀਂ ਹੋਈ। ਯਾਨੀ ਕਿ ਜਿਹੜੀ ਪੰਜਾਬ ਪੁਲਿਸ ਹੈ ਜਾਂ ਸੈਂਟਰ ਦੀਆਂ ਏਜੰਸੀਆਂ ਨੇ, ਉਹ ਕੋਈ ਵੀ ਅਜਿਹੀ ਕੋਤਾਹੀ, ਕੋਈ ਵੀ ਅਜਿਹੀ ਗਲਤੀ ਨਹੀਂ ਕਰਨਾ ਚਾਹੁੰਦੀ ਸੀ ਕਿ ਜਿਸ ਦੇ ਨਾਲ ਗੋਲਡੀ ਬਰਾੜ ਫਰਾਰ ਹੋ ਜਾਏ, ਗੋਲਡੀ ਬਰਾੜ ਨੂੰ ਕੋਈ ਮੌਕਾ ਮਿਲ ਜਾਏ ਕਿ ਕਾਨੂੰਨੀ ਕੋਈ ਜਿਹੜਾ ਪ੍ਰਕਿਰਿਆ ਦੇ ਤਹਿਤ ਫਿਰ ਉੱਥੇ ਸਮਾਂ ਹੋਰ ਲਗਾ ਲੇ। ਇਸੇ ਵਜ੍ਹਾ ਕਰਕੇ 10 ਦਿਨ ਬਾਅਦ ਇਹ ਖਬਰ 10-12 ਦਿਨਾਂ ਬਾਅਦ ਜਿਹੜੀ ਉਹ ਸਾਹਮਣੇ ਆ ਰਹੀ ਹੈ। ਦੂਸਰਾ ਗਗਨ ਇਹ ਵੀ ਹੈ ਕਿ ਇੰਟਰਨੈਸ਼ਨਲ ਪ੍ਰੋਸੈਸ ਦੇ ਹਿਸਾਬ ਨਾਲ ਜਿਹੜੇ ਬਾਕੀ ਤੁਸੀਂ ਰੈੱਡ ਕਾਰਨਰ ਨੋਟਿਸ ਦਾ ਜ਼ਿਕਰ ਕਰ ਰਹੇ ਹੋ, ਔਰ ਗੋਲਡੀ ਬਰਾੜ 'ਚ ਕੀ ਫਰਕ ਹੈ? ਗੋਲਡੀ ਬਰਾੜ ਉਹ ਸ਼ਖਸ ਹੈ ਜਿਸਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ। ਸਿੱਧੂ ਮੂਸੇਵਾਲਾ ਸਿਰਫ ਪੰਜਾਬ 'ਚ ਨਹੀਂ, ਸਿਰਫ ਇੰਡੀਆ 'ਚ ਨਹੀਂ ਮਸ਼ਹੂਰ ਸੀਗਾ, ਉਸਦੇ ਗੀਤ ਜਿਹੜੇ ਨੇ ਉਹ US 'ਚ ਵੀ ਚੱਲਦੇ ਸੀ, UK 'ਚ ਵੀ ਚੱਲਦੇ ਸੀ, ਇੱਕ ਇੰਟਰਨੈਸ਼ਨਲ ਪਰਸਨੈਲਿਟੀ ਸੀ। ਔਰ ਜਿਹੜਾ ਜਿਸ ਤਰੀਕੇ ਨਾਲ ਉਸਦੀ ਗਾਇਕੀ ਦੇ ਜ਼ਰੀਏ ਜਿਹੜੇ ਵਿਦੇਸ਼ੀ ਕਲਾਕਾਰ ਜੁੜੇ, ਵਿਦੇਸ਼ੀ ਮੈਂਬਰ ਪਾਰਲੀਮੈਂਟ, तमाम ਲੋਕ ਜਿਹੜੇ ਪੰਜਾਬੀ ਨੂੰ ਸਮਝਦੇ ਵੀ ਨਹੀਂ ਸੀ, ਉਹ ਵੀ ਸਿੱਧੂ ਮੂਸੇਵਾਲਾ ਨੂੰ ਜਾਣਦੇ ਸੀ। ਔਰ ਜਿਸ ਤਰੀਕੇ ਨਾਲ ਕਤਲ ਹੋਇਆ, ਜਿਹੜੀਆਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਿਹੜੀ ਜ਼ਿੰਮੇਵਾਰੀ ਗੋਲਡੀ ਬਰਾੜ ਵੱਲੋਂ ਲਿੱਤੀ ਗਈ, ਇਹ तमाम ਸਬੂਤ, ਇਹ तमाम ਇੱਕ ਲੰਬੀ ਡੋਜ਼ੀਅਰ ਜਾਂ ਇੱਕ ਪੂਰੀ ਇੱਕ ਫਾਈਲ ਲੈ ਕੇ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ ਅਮਰੀਕਾ ਦੀ ਏਜੰਸੀ ਦੇ ਨਾਲ ਗੱਲਬਾਤ ਕਰ ਰਹੀਆਂ ਨੇ, ਔਰ ਜਲਦ ਤੋਂ ਜਲਦ ਜਿਹੜਾ ਵੈ ਭਾਰਤ ਲਿਆਂਦਾ ਜਾਵੇ, ਇਸ ਦੀ ਕੋਸ਼ਿਸ਼ ਦੇ ਵਿੱਚ ਹੁਣ ਲੱਗੀਆਂ ਹੋਈਆਂ ਨੇ। ਲੇਕਿਨ ਮੁੱਖ ਮੰਤਰੀ ਨੇ ਕਿਹਾ ਕਿ ਡਿਟੇਨ ਤੋਂ ਬਾਅਦ ਵੀ ਕੁਝ ਸਮਾਂ ਜਿਹੜਾ ਉਹ ਲੱਗ ਸਕਦਾ ਹੈ। ਗਗਨ, ਸਮਾਂ ਲੱਗੇਗਾ, ਔਰ ਪੰਕਜ ਸਮਾਂ ਕਿਉਂ ਲੱਗੇਗਾ ਇਹ ਵੀ ਅਸੀਂ ਕਿਤੇ ਨਾ ਕਿਤੇ ਸਮਝੀਏ। ਦਿੱਲੀੋਂ ਲਾਰੈਂਸ ਨੂੰ ਲੈ ਕੇ ਆਣਾ ਸੀ, ਜੱਗੂ ਨੂੰ ਲੈ ਕੇ ਆਣਾ ਸੀ ਪੰਜਾਬ ਤੱਕ, ਪ੍ਰੋਸੀਜਰ ਜਿਹੜਾ ਹੈਗਾ ਪ੍ਰੋਪਰ ਫੋਲੋ ਕਰਨਾ ਪਿਆ, ਲਿਖਤੀ ਦੇਣਾ ਪਿਆ, 24 ਘੰਟੇ ਦੀ ਸੁਰੱਖਿਆ ਦੇਵਾਂਗੇ। ਇੰਡੀਅਨ ਸਟੇਟਸ ਦੀ ਗੱਲ ਹੋ ਰਹੀ ਹੈ, ਇੰਡੀਅਨ ਸਟੇਟ ਦੇ ਵਿੱਚ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਲੈ ਕੇ ਜਾਣਾ, ਪ੍ਰੋਸੀਜਰ ਤਕਰੀਬਨ ਇਹੀ ਪ੍ਰੋਸੀਜਰ ਜਿਹੜਾ ਹੈਗਾ, ਇੰਡੀਅਨ ਕਨਸਟੀਟਿਊਸ਼ਨ ਜਿਹੜਾ ਹੈਗਾ ਉਹ ਵੀ ਇਸ ਦੇ ਬਾਰੇ ਹੀ ਦੱਸਦਾ ਹੈ ਕਿ ਜੇਕਰ ਕੋਈ ਵਿਦੇਸ਼ ਵਿੱਚ ਬੈਠਾ ਹੈ ਕੋਈ ਮੁਜਰਮ, ਉਸ ਨੂੰ ਲਿਆਣਾ ਹੋਏਗਾ ਤਾਂ ਤਰੀਕਾ ਉਹੀ ਰਹੇਗਾ। ਇੱਥੇ ਦੀ ਕੋਰਟ ਦੇ ਥਰੂ ਆਰਡਰ ਜਿਹੜੇ ਹੈਗੇ ਉੱਥੇ ਦੀ ਕੋਰਟ ਦੇ ਵਿੱਚ ਜਾਣਗੇ। ਹੁਣ ਇਹ ਡਿਟੇਨ ਕਿੱਥੇ ਕੀਤਾ ਗਿਆ, ਉਹ ਜਿਹੜਾ ਏਰੀਆ ਹੈਗਾ ਕਿਹੜੀ ਕੋਰਟ ਦੇ ਜੁਰਿਸਡਿਕਸ਼ਨ ਦੇ ਅੰਡਰ ਆਂਦਾ ਹੈ, ਉਸ ਕੋਰਟ ਦੇ ਵਿੱਚ ਜਾ ਕੇ ਉਹ ਪੇਪਰ ਸਬਮਿਟ ਹੋਣਗੇ, ਉਸ ਦੇ ਵਿੱਚ ਜਾ ਕੇ ਅਪੀਲ ਹੋਵੇਗੀ, ਔਰ ਉਹ ਅਪੀਲ ਜਿਹੜੀ ਹੈਗੀ ਉਸ ਤੇ ਫਿਰ ਉੱਥੇ ਦੀ ਕੋਰਟ ਡਿਸਾਈਡ ਕਰੇਗੀ ਕਿ ਇਸ ਨੂੰ ਭੇਜਿਆ ਜਾਣਾ ਹੈ, ਨਹੀਂ ਭੇਜਿਆ ਜਾਣਾ। ਔਰ ਇਹ ਸਭ ਦੇ ਵਿਚਾਲੇ ਵੱਡੀ ਖਬਰ, ਇੱਕ ਹੋਰ ਵੱਡੀ ਖਬਰ, ਬਿਲਕੁਲ ਇੱਕ ਹੋਰ ਵੱਡੀ ਖਬਰ ਗੋਲਡੀ ਬਰਾੜ ਦੇ ਨਾਲ ਜੁੜੀ ਹੋਈ। ਪੰਕਜ ਵਾਪਸੀ ਕਰਾਂਗੇ, ਬਣੇ ਰਹੋ। ਅੰਬਾਲਾ ਦੇ ਨੇੜੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ, ਗੋਲਡੀ ਬਰਾੜ ਦੇ ਵੱਲੋਂ ਹਥਿਆਰ ਭੇਜੇ ਗਏ ਸਨ। ਇਸ ਦੇ ਵਿੱਚ ਅਹਿਮ ਜਾਣਕਾਰੀ ਇਹ ਹੈ, AGTF ਤੇ ਮੋਹਾਲੀ ਪੁਲਿਸ ਨੇ ਇਹ ਸਾਂਝਾ ਆਪਰੇਸ਼ਨ ਕੀਤਾ। ਥੋੜੀ ਦੇਰ ਦੇ ਵਿੱਚ DGP ਗੌਰਵ ਯਾਦਵ ਖੁਲਾਸਾ ਕਰਨਗੇ, ਸਾਰੀ ਜਾਣਕਾਰੀ ਤਫਤੀਸ਼ ਦੇ ਵਿੱਚ ਦੇਣਗੇ ਕਿ ਆਖਰਕਾਰ ਕਿੱਥੇ ਔਰ ਕਿਸ ਤਰੀਕੇ ਦੀ ਇਹ ਬਰਾਮਦਗੀ ਹੈ। ਗੋਲਡੀ ਬਰਾੜ ਉਹ ਸ਼ਖਸ ਜਿਸ ਦੇ ਵੱਲੋਂ ਸਾਰਾ ਵੱਡਾ ਜੋ ਹੈ ਕਾਰੋਬਾਰ ਕੀਤਾ ਜਾਂਦਾ ਰਿਹਾ ਹੈ, ਕਿਉਂਕਿ ਬਹੁਤ ਸਾਰੇ ਮਾਮਲੇ ਹਥਿਆਰਾਂ ਦੇ ਨਾਲ ਜੁੜੇ ਹੋਏ ਵੀ ਗੋਲਡੀ ਬਰਾੜ ਤੇ ਦਰਜ ਨੇ। ਤਾਂ ਗੋਲਡੀ ਬਰਾੜ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ। ਵਿਜੇਪਾਲ ਬਰਾੜ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ। ਬਿਲਕੁਲ ਵਿਜੇ, ਵੱਡੀ ਖਬਰ, ਵੱਡੀ ਜਾਣਕਾਰੀ, ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਔਰ ਗੋਲਡੀ ਬਰਾੜ ਦੇ ਨਾਲ ਜਾ ਕੇ ਕਿਤੇ ਨਾ ਕਿਤੇ ਜੁੜ ਰਿਹਾ ਹੈ ਪੂਰੇ ਦਾ ਪੂਰਾ ਮਾਮਲਾ। ਵਿਜੇ ਅਗਰ ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਬ੍ਰੇਕ ਥਰੂ ਹੈ। AGTF ਤੇ ਮੋਹਾਲੀ ਪੁਲਿਸ ਵੱਲੋਂ ਲਗਾਤਾਰ ਇਸ ਤੇ ਜਿਹੜਾ ਹੈ ਇਹ ਆਪਰੇਸ਼ਨ ਇੱਕ ਖੁਫੀਆ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਸੀ, ਔਰ AGTF ਤੇ ਮੋਹਾਲੀ ਪੁਲਿਸ ਦਾ ਇਹ ਸਾਂਝਾ ਆਪਰੇਸ਼ਨ ਹੈ ਕਿ ਵੱਡੀ ਰਿਕਵਰੀ ਜਿਹੜੀ ਹੈ, ਹਿਊਜ ਰਿਕਵਰੀ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਅੰਬਾਲਾ ਦਾ ਜਿਹੜਾ ਇਲਾਕਾ ਹੈ, ਅੰਬਾਲਾ ਤੋਂ ਆਸ-ਪਾਸ ਦਾ ਇਲਾਕਾ ਹੈ, ਉੱਥੋਂ ਇਹ ਰਿਕਵਰੀ ਹੋਈ ਹੈ। ਵੱਡੀ ਮਾਤਰਾ ਦੇ ਵਿੱਚ ਹਥਿਆਰ ਬਰਾਮਦ ਹੋਏ ਨੇ ਔਰ ਸੋਰਸਿਸ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਇਹ ਹਥਿਆਰ ਗੋਲਡੀ ਬਰਾੜ ਵੱਲੋਂ ਭੇਜੇ ਗਏ ਸੀ, ਕਿਉਂਕਿ ਜਿਸ ਤਰੀਕੇ ਨਾਲ ਥੋੜੀ ਦੇਰ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜ਼ਿਕਰ ਕਰ ਰਹੇ ਸੀ ਕਿ ਗੋਲਡੀ ਬਰਾੜ ਵਰਗੇ ਗੈਂਗਸਟਰ ਉਸ ਪੱਧਰ ਦੇ ਨੇ ਜਿਹੜੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਐਸੀਆਂ ਜਿਹੜੀਆਂ ਅਪਰਾਧਿਕ ਗਤੀਵਿਧੀਆਂ ਨੇ ਉਹਨਾਂ ਨੂੰ ਅੰਜਾਮ ਦਿੰਦੇ ਨੇ। ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ ਔਰ ਉਸ ਤੋਂ ਬਾਅਦ ਕੋਟਕਪੂਰਾ ਦੇ ਵਿੱਚ ਡੇਰਾ ਪ੍ਰੇਮੀ ਦਾ ਮਰਡਰ ਹੋਇਆ। ਸੋ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੇ ਜਿਨ੍ਹਾਂ ਦੇ ਪਿੱਛੇ ਗੋਲਡੀ ਬਰਾੜ ਜਾਂ ਲਾਰੈਂਸ ਬਿਸ਼ਨੋਈ ਜਾਂ ਜੱਗੂ ਭਗਵਾਨਪੁਰੀਆ ਇਹਨਾਂ ਦੇ ਹੱਥ ਰਹੇ ਨੇ। ਸੋ ਹਥਿਆਰਾਂ ਦੀ ਖੇਪ, ਜਿਵੇਂ ਪਹਿਲਾਂ CM ਨੇ ਵੀ ਥੋੜੀ ਦੇਰ ਪਹਿਲਾਂ ਦੱਸਿਆ ਕਿ ਡਰੋਨ ਦੇ ਜ਼ਰੀਏ ਹਥਿਆਰ ਆਉਂਦੇ ਨੇ ਔਰ ਵਾਇਆ ਪਾਕਿਸਤਾਨ ਇਹਨਾਂ ਵੱਲੋਂ ਇਹ ਸਾਰੇ ਨੈਟਵਰਕ ਦੂਜੇ ਦੇਸ਼ਾਂ 'ਚ ਬਹਿ ਕੇ ਚਲਾਏ ਜਾ ਰਹੇ ਨੇ। ਸੋ ਇਹ ਇੱਕ ਵੱਡੀ ਆਪਾਂ ਇਹ ਕਹਿ ਸਕਦੇ ਹਾਂ ਕਿ
ਜਿਹੜੀ ਜਾਣਕਾਰੀ ਸੀਐਮ ਨੇ ਪੁਸ਼ਟੀ ਕੀਤੀ ਹੈ ਕਿ ਗੋਲਡੀ ਬਰਾੜ ਨੂੰ ਡਿਟੇਨ ਕੀਤਾ ਗਿਆ ਹੈ। ਕੈਲੀਫੋਰਨੀਆ ਪੁਲਿਸ ਨੇ ਪੰਜਾਬ ਸਰਕਾਰ ਦੇ ਨਾਲ, ਪੰਜਾਬ ਪੁਲਿਸ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ, ਦੇਸ਼ ਦੀਆਂ ਸੁਰੱਖਿਆ ਫੋਰਸਿਸ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਤਾਂ ਹੁਣ ਇਹ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ AGTF ਨੇ ਇਸ ਖੇਪ ਨੂੰ ਬਰਾਮਦ ਕੀਤਾ ਹੈ। ਹਥਿਆਰਾਂ ਦੀ ਇਹ ਵੱਡੀ ਖੇਪ ਹੈ। ਹਾਲਾਂਕਿ ਕਿਹੜੇ ਹਥਿਆਰ ਨੇ, ਉਸਦੇ ਵਿੱਚ ਕਿੰਨੇ ਹਥਿਆਰ ਨੇ, ਇਸ ਬਾਰੇ ਥੋੜੀ ਦੇਰ ਦੇ ਵਿੱਚ ਪੰਜਾਬ ਦੇ DGP ਇਸ ਬਾਬਤ ਬਿਆਨ ਜਾਰੀ ਕਰ ਸਕਦੇ ਨੇ, ਇਸ ਬਾਬਤ ਖੁਲਾਸਾ ਕਰ ਸਕਦੇ ਨੇ। ਪਰ ਇਹ ਸਾਡੇ ਸੋਰਸਿਸ ਤੋਂ ਇਹ ਜਾਣਕਾਰੀ ਹੈ ਕਿ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ, AGTF ਨੂੰ ਔਰ ਮੋਹਾਲੀ ਪੁਲਿਸ ਨੂੰ ਸਾਂਝੇ ਆਪਰੇਸ਼ਨ ਦੇ ਦੌਰਾਨ ਹਰਿਆਣਾ ਦੇ ਵਿੱਚੋਂ ਇਹ ਜਿਹੜੀ ਵੱਡੀ ਖੇਪ ਹੈ ਬਰਾਮਦ ਹੋਈ ਹੈ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗਗਨ ਆਪਾਂ ਜਿੰਨੇ ਵੀ ਇਸ ਤਰੀਕੇ ਦੇ ਘਟਨਾਕ੍ਰਮ ਦੇਖੀਏ ਤਾਂ ਹਰਿਆਣਾ ਦੇ ਨਾਲ ਕਨੈਕਸ਼ਨ ਜੁੜਦਾ ਹੈ। ਜਿੰਨੇ ਅਪਰਾਧੀ ਨੇ ਇਹ ਹਰਿਆਣਾ ਦੇ ਵਿੱਚ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਜਾ ਕੇ ਲੁਕ ਜਾਂਦੇ ਨੇ ਜਾਂ ਉੱਥੇ ਬੈਠ ਕੇ ਹਰਿਆਣਾ ਤੇ ਰਾਜਸਥਾਨ ਇਹ ਸਟੇਟਾਂ ਨੇ ਜਿੱਥੇ ਇਹ ਬੈਠ ਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਔਰ ਉੱਥੇ ਹੀ ਤੁਹਾਨੂੰ ਯਾਦ ਹੋਏਗਾ ਜਦੋਂ ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ ਸੀ ਤਾਂ ਉਸ ਵੇਲੇ ਵੀ ਜਿਹੜੀ ਹਥਿਆਰਾਂ ਦੀ ਖੇਪ ਬਰਾਮਦ ਹੋਈ ਸੀ ਉਹ ਹਰਿਆਣਾ ਦੇ ਵਿੱਚ ਇੱਕ ਢਾਣੀ ਸੀ ਜਿੱਥੇ ਜਾ ਕੇ ਇਹ ਸਾਰੇ ਜਿਹੜੇ ਸ਼ੂਟਰ ਸੀ ਉੱਥੇ ਲੁਕੇ ਸੀ ਔਰ ਪਹਿਲਾਂ ਇਹਨਾਂ ਨੂੰ ਹਥਿਆਰ ਵੀ ਉੱਥੋਂ ਹੀ ਮੁਹੱਈਆ ਕਰਵਾਏ ਗਏ ਸੀ ਔਰ ਬਾਅਦ ਦੇ ਵਿੱਚ ਵੀ ਉਹਨਾਂ ਨੇ ਉੱਥੇ ਹੀ ਹਥਿਆਰ ਇਹ ਛੁਪਾ ਕੇ ਰੱਖੇ ਸੀ। ਉਦੋਂ ਵੀ ਇੱਕ ਵੱਡੀ ਰਿਕਵਰੀ ਹੋਈ ਸੀ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬਾਅਦ। ਤੇ ਹੁਣ ਫਿਰ ਇਹ ਪੁਲਿਸ ਨੂੰ ਇੱਕ ਵੱਡੀ ਰਿਕਵਰੀ ਹੋਈ ਹੈ। AGTF ਦਾ ਇਹ ਆਪਰੇਸ਼ਨ ਹੈ, AGTF ਔਰ ਮੋਹਾਲੀ ਪੁਲਿਸ ਦਾ। ਔਰ ਕਿਹੜੇ ਹਥਿਆਰ ਨੇ ਇਸ ਬਾਰੇ ਥੋੜੀ ਦੇਰ ਚ ਪੰਜਾਬ ਦੇ DGP ਖੁਲਾਸਾ ਕਰ ਸਕਦੇ। ਬਿਲਕੁਲ ਵਿਜੇ ਖੁਲਾਸੇ ਹੋਣਗੇ, ਪਰ ਵਿਜੇ ਸਵਾਲ ਫਿਰ ਇੱਥੇ ਫੇਰ ਖੜਾ ਹੁੰਦਾ ਹੈ ਕਿ ਹਥਿਆਰ ਇਕੱਲਾ ਇਹ ਤਾਂ ਨਹੀਂ ਕਿ ਕਿਸੇ ਨੂੰ ਰੱਖਣ ਲਈ ਦਿੱਤੇ ਹੋਣੇ ਹੈ, ਕਿਉਂਕਿ ਗੋਲਡੀ ਬਰਾੜ ਉਹ ਸ਼ਖਸ ਹੈ ਜਿਹੜਾ ਲਗਾਤਾਰ ਕਤਲਾਂ ਦੀ ਜ਼ਿੰਮੇਵਾਰੀ ਲੈਂਦਾ ਰਿਹਾ ਔਰ ਜਿਸ ਤਰੀਕੇ ਉਹ ਕ੍ਰਾਈਮ ਆਰਗੇਨਾਈਜ਼ ਕਰਦਾ ਹੈ, ਲੋਕਲ ਗੁਰਗੇ ਜਿਹੜਾ ਹੈਗਾ ਉਹਨਾਂ ਨੂੰ ਫੜਦਾ ਹੈ, ਗਰੀਬ ਘਰਾਂ ਦੇ ਮੁੰਡਿਆਂ ਨੂੰ ਫੜਦਾ ਹੈ, ਉਹਨਾਂ ਨੂੰ 10-10 15-15 ਹਜ਼ਾਰ ਦੇ ਕੇ ਪਿਸਟਲ ਦੇ ਕੇ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦਵਾਉਂਦਾ ਹੈ। ਤੇ ਜੇਕਰ ਇਹ ਵੱਡੀ ਤਾਦਾਦ ਦੇ ਵਿੱਚ ਹਥਿਆਰ ਭੇਜੇ ਗਏ ਸੀ, ਕਿਤੇ ਨਾ ਕਿਤੇ ਇੱਕ ਵੱਡੀ ਸਾਜ਼ਿਸ਼ ਵੀ ਕਿਹਾ ਜਾ ਸਕਦਾ ਹੈ ਕਿ ਘੜੀ ਜਾਰੀ ਸੀਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਖਤਰਾ ਵੀ ਟਲਦਾ ਨਜ਼ਰ ਆਇਆ। ਵਿਜੇ, ਔਰ ਕੀ ਕਿਸੇ ਦੀ ਗ੍ਰਿਫਤਾਰੀ ਦੀ ਵੀ ਖਬਰ ਹੈ ਹੁਣ ਤੱਕ? ਜੀ ਹਾਲੇ ਤੱਕ ਸਿਰਫ ਰਿਕਵਰੀ ਦੀ ਗੁਰਜੋਤ ਖਬਰ ਆ ਰਹੀ ਹੈ ਕਿ ਹਿਊਜ ਰਿਕਵਰੀ ਹੋਈ ਹੈ ਹਥਿਆਰਾਂ ਦੀ। ਇਹ ਹੁਣ ਪੁਲਿਸ ਜਾਂ ਪੰਜਾਬ ਦੇ DGP ਥੋੜੀ ਦੇਰ ਦੇ ਵਿੱਚ ਜਾਣਕਾਰੀ ਦੇਣਗੇ ਕਿ ਕੀ ਕਿਸੇ ਦੀ ਗ੍ਰਿਫਤਾਰੀ ਵੀ ਇਸ ਮਾਮਲੇ 'ਚ ਹੋਈ ਹੈ ਕਿ ਨਹੀਂ। ਇਹ ਸਾਡੇ ਸੋਰਸਿਸ ਤੋਂ, ਪੁਖਤਾ ਸੋਰਸਿਸ ਤੋਂ ਜਾਣਕਾਰੀ ਹੈ ਕਿ ਹਥਿਆਰ ਰਿਕਵਰ ਹੋਏ ਨੇ। ਔਰ ਦੂਸਰੀ ਗੱਲ ਜਿਹੜੀ ਗਗਨ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਜਿਸ ਵੇਲੇ ਇਹਨਾਂ ਨੇ ਅਪਰਾਧਿਕ ਦੁਨੀਆ ਦੇ ਵਿੱਚ, ਅਪਰਾਧ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ ਸੀ, ਉਸ ਵੇਲੇ ਇਹ ਕ੍ਰਾਈਮਸ ਅਨਆਰਗੇਨਾਈਜ਼ਡ ਸੀ। ਉਸ ਵੇਲੇ ਤਾਂ ਇਹ ਇੱਕ ਦੂਜੇ ਨੂੰ ਦੁਸ਼ਮਣੀਆਂ ਦੇ ਵਿੱਚ ਕਿਸੇ ਤੇ ਫਾਇਰ ਕਰਤੀ, ਕਿਸੇ ਨੂੰ ਮਾਰਤਾ ਜਾਂ ਕਿਸੇ ਨੂੰ ਡਰਾ ਧਮਕਾ ਕੇ ਉਸ ਤੋਂ ਵਸੂਲੀ ਕਰ ਲਈ। ਇਸ ਤਰੀਕੇ ਦੇ ਅਨਆਰਗੇਨਾਈਜ਼ਡ ਕ੍ਰਾਈਮ ਨੂੰ ਇਹ ਅੰਜਾਮ ਦਿੰਦੇ ਸੀ। ਪਰ ਹੌਲੀ ਹੌਲੀ ਇਹ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਆ ਗਏ। ਜਦੋਂ ਇਹਨਾਂ ਦੇ ਗੈਂਗ ਬਣ ਗਏ, ਪਹਿਲਾਂ ਇਹ ਇਕੱਲੇ ਤੌਰ ਤੇ ਵਿਚਰਦੇ ਸੀ, ਫਿਰ ਬਾਅਦ ਦੇ ਵਿੱਚ ਇਹਨਾਂ ਨੇ ਇਹ ਇਕੱਠੇ ਹੋ ਗਏ ਔਰ ਗੈਂਗ ਬਣਾ ਕੇ ਇਹ ਫਿਰ ਆਰਗੇਨਾਈਜ਼ਡ ਕ੍ਰਾਈਮ ਨੂੰ, ਜਿਵੇਂ ਤੁਸੀਂ ਕਿਹਾ ਵੀ ਜਿਹੜੇ ਕੋਈ ਨਸ਼ੇੜੀ ਨੇ ਜਾਂ ਜਿਹੜੇ ਕੋਈ ਹੋਰ ਨੌਜਵਾਨ ਨੇ, ਉਹਨਾਂ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਜੋੜ ਲਿਆ, ਪੈਸੇ ਦਾ ਲਾਲਚ ਦਿੱਤਾ, ਉਹਨਾਂ ਦੇ ਕੋਲੋਂ ਕ੍ਰਾਈਮ ਕਰਵਾਏ। ਔਰ ਐਸੀਆਂ ਵੀ ਜਾਣਕਾਰੀਆਂ ਪੁਲਿਸ ਸੋਰਸਿਸ ਤੋਂ ਨਿਕਲ ਕੇ ਆਉਂਦੀਆਂ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ 10-10, 15-15 ਹਜ਼ਾਰ, 20-20 ਹਜ਼ਾਰ ਦੇ ਕੇ ਵੀ ਕਤਲ ਕਰਵਾਏ ਨੇ। ਸੋ ਇਸ ਤਰੀਕੇ ਦਾ ਇਹ ਇੱਕ ਆਰਗੇਨਾਈਜ਼ਡ ਕ੍ਰਾਈਮ ਕਰਨ ਲੱਗ ਪਏ ਸੀ। ਔਰ ਹਥਿਆਰਾਂ ਦੀ ਜਿਹੜੀ ਇਹਨਾਂ ਦੇ ਕੋਲ ਸਪਲਾਈ ਹੁੰਦੀ ਸੀ, ਉਹ ਜਿੰਨੇ ਡਰੋਨ ਸਰਹੱਦ ਤੋਂ ਫੜੇ ਜਾਂਦੇ ਨੇ ਪਿਛਲੇ ਦਿਨਾਂ ਦੇ ਵਿੱਚ, ਪਾਕਿਸਤਾਨ ਵਾਲੇ ਪਾਸਿਓਂ ਆਉਂਦੇ ਨੇ, ਚਾਹੇ ਉਧਰ ਹਰਵਿੰਦਰ ਰਿੰਦਾ ਬੈਠਾ ਸੀ ਜਾਂ ਹੋਰ ਐਸੋਸੀਏਟ ਬੈਠੇ ਸੀ ਜਿਹੜੇ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਸੀ, ਤਾਂ ਵਾਇਆ ਪਾਕਿਸਤਾਨ, ਜਿਵੇਂ ਪੰਜਾਬ ਦੇ CM ਹੁਣੇ ਥੋੜੀ ਦੇਰ ਪਹਿਲਾਂ ਕਹਿ ਕੇ ਹਟੇ ਨੇ ਕਿ ਵਾਇਆ ਪਾਕਿਸਤਾਨ ਕਨੈਕਸ਼ਨ ਹੈ, ਉੱਥੋਂ ਇਹ ਡਰੋਨ ਦੇ ਜ਼ਰੀਏ ਹਥਿਆਰ ਮੰਗਵਾਉਂਦੇ ਸੀ ਔਰ ਫਿਰ ਇੱਥੇ ਅਸ਼ਾਂਤੀ ਫੈਲਾਉਣ ਵਾਲੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਅੰਜਾਮ ਦਿੰਦੇ ਸੀ। ਔਰ ਉਹਦੇ ਵਿੱਚ ਸਿੱਧੂ ਮੂਸੇਵਾਲਾ ਦਾ ਮਰਡਰ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਸ ਸਾਲ ਦੀ ਸਭ ਤੋਂ ਵੱਡੀ ਘਟਨਾ ਹੈ, ਉਸ ਨੂੰ ਅੰਜਾਮ ਦਿੱਤਾ ਗਿਆ। ਔਰ ਉਸ ਦੇ ਵਿੱਚ ਵੀ ਹਥਿਆਰ ਜਿਹੜੇ ਆਏ ਸੀ ਉਹ ਪਾਕਿਸਤਾਨ ਤੋਂ ਮੰਗਵਾਏ ਗਏ ਸੀ। ਸੋ ਇਹਨਾਂ ਦੀ ਪੈੜ ਨੱਪ ਰਹੀ ਸੀ ਪੁਲਿਸ ਔਰ AGTF ਔਰ ਜਿਹੜੀਆਂ NIA ਹੈ ਜਾਂ ਹੋਰ ਜਿਹੜੀਆਂ ਸੈਂਟਰਲ ਏਜੰਸੀਜ਼ ਨੇ, ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਗੋਲਡੀ ਬਰਾੜ ਦੀ ਲੋਕੇਸ਼ਨ ਟ੍ਰੇਸ ਕਰਨ ਦੇ ਵਿੱਚ। ਔਰ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ, ਉੱਥੋਂ ਦੀ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਨੂੰ ਦੱਸਿਆ ਗਿਆ ਉਸਦੇ ਠਿਕਾਣਿਆਂ ਬਾਰੇ। ਤਾਂ ਉੱਥੇ ਫਿਰ ਇਸ ਨੂੰ ਜਦੋਂ ਡਿਟੇਨ ਕਰ ਲਿਆ ਕੈਲੀਫੋਰਨੀਆ ਦੀ ਪੁਲਿਸ ਨੇ, ਉਹਨਾਂ ਨੇ ਫਿਰ ਇਹਨਾਂ ਨੂੰ ਜਾਣਕਾਰੀ ਦਿੱਤੀ ਕਿ ਹਾਂਜੀ ਉਹ ਸਾਡੀ ਨਿਗਰਾਨੀ ਹੇਠ ਹੈ, ਅਸੀਂ ਉਸਨੂੰ ਡਿਟੇਨ ਕਰ ਲਿਆ। ਔਰ ਹੁਣ ਜਿਹੜੀ ਅੱਗੇ ਦੀ ਕਾਗਜ਼ੀ ਕਾਰਵਾਈ ਹੁੰਦੀ ਹੈ, ਜਿਹੜੀ ਹਵਾਲਗੀ ਦੀ ਪ੍ਰਕਿਰਿਆ ਹੁੰਦੀ ਹੈ, ਐਕਸਟ੍ਰੈਡੀਸ਼ਨ ਜਿਸ ਨੂੰ ਆਪਾਂ ਕਹਿ ਦਿੰਦੇ ਆ, ਉਹਦੀ ਪ੍ਰਕਿਰਿਆ ਹੈ, ਹੁਣ ਉਹ ਅੱਗੇ ਚੱਲੇਗੀ। ਪਰ ਇਹ ਪ੍ਰਕਿਰਿਆ ਹੁਣ ਕਿੰਨੀ ਕੁ ਲੰਬੀ ਚੱਲੇਗੀ, ਗੋਲਡੀ ਬਰਾੜ ਨੂੰ ਲੈ ਕੇ ਆਂਦਾ ਜਾਏਗਾ, ਇਸ ਦੇ ਵਿੱਚ ਸਮਾਂ ਲੱਗ ਸਕਦਾ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਟੈਕਨੀਕੈਲਿਟੀਜ਼ ਨੂੰ ਹਰ ਕੋਈ ਸਮਝਦਾ ਹੈ, ਇਸ ਦੇ ਤਕਨੀਕੀ ਪੱਖ ਹੁੰਦੇ ਨੇ ਕਿ ਕਿਵੇਂ ਉਸ ਵਿਅਕਤੀ ਨੂੰ ਇੱਥੇ ਲੈ ਕੇ ਆਂਦਾ ਜਾਣਾ ਹੈ।
ਕਿਉਂਕਿ ਅਮਰੀਕਾ ਵਰਗੇ ਦੇਸ਼ ਦੇ ਨਾਲ ਜਿਹੜੀਆਂ ਤੁਹਾਡੀਆਂ ਐਕਸਟ੍ਰੈਡੀਸ਼ਨ ਟ੍ਰੀਟੀਜ਼ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ। ਫਿਰ ਡੋਜ਼ੀਅਰ ਜਿਹੜੇ ਆ ਸੌਂਪੇ ਜਾਣਗੇ, ਉਸਦੇ ਜੁਰਮਾਂ ਦੀ ਜਿਹੜੀ ਲਿਸਟ ਹੈ, ਫਹਿਰਿਸਤ ਹੈ, ਉਸਦੇ ਜੁਰਮਾਂ ਦਾ ਜਿਹੜਾ ਕਾਲਾ ਚਿੱਠਾ ਹੈ ਉਹ ਸਾਰਾ ਉਹਨਾਂ ਦੇ ਸਾਹਮਣੇ ਰੱਖਿਆ ਜਾਏਗਾ ਔਰ ਉੱਥੋਂ ਦੇ ਲਾਅ ਦੇ ਮੁਤਾਬਕ ਉੱਥੇ ਪ੍ਰੂਵ ਕਰਨਾ ਪੈਂਦਾ ਹੈ। ਸੋ ਇਹ ਐਸੀਆਂ ਚੀਜ਼ਾਂ ਨੇ, ਪਰ ਨਾਲ ਦੀ ਨਾਲ ਜਿਹੜੀ ਰਿਕਵਰੀ ਹੋ ਰਹੀ ਹੈ ਔਰ ਇਸ ਦੇ ਵਿੱਚ ਗੋਲਡੀ ਬਰਾੜ ਦਾ ਹੱਥ ਦੱਸਿਆ ਜਾ ਰਿਹਾ, ਤਾਂ ਇਹ ਚੀਜ਼ਾਂ ਕੱਲ ਨੂੰ ਸਾਰੀਆਂ ਉਸ ਡੋਜ਼ੀਅਰ ਦਾ ਹਿੱਸਾ ਬਣਨਗੀਆਂ ਜਿਹੜੇ ਡੋਜ਼ੀਅਰ ਪੰਜਾਬ ਪੁਲਿਸ ਵੱਲੋਂ ਜਾਂ ਹਿੰਦੁਸਤਾਨ ਦੀ ਪੁਲਿਸ ਵੱਲੋਂ ਉਹਨਾਂ ਨੂੰ ਸੌਂਪੇ ਜਾਣੇ ਨੇ। ਵਿਜੇ, ਇਸ ਸਭ ਦੇ ਵਿਚਾਲੇ ਇੱਕ ਹੋਰ ਅਹਿਮ ਸਵਾਲ ਹੈ ਕਿ ਇਹ ਜਿਹੜਾ ਅੱਜ ਐਕਸ਼ਨ ਹੋਇਆ, ਅੰਬਾਲਾ ਦੇ ਨੇੜੇ ਰਿਕਵਰੀ ਹੋਈ ਹੈ, ਪਿਛਲੇ ਕੱਲ ਦੀ ਅਸੀਂ ਗੱਲ ਕਰੀਏ ਤਾਂ ਬੀਤੇ ਦਿਨੀ ਇੱਕ ਕਾਰਵਾਈ ਕੀਤੀ ਸੀ NIA ਨੇ ਕਿ ਲਾਰੈਂਸ ਦੇ ਨਾਲ ਜੁੜੇ ਜਿਹੜੇ ਗੈਂਗਸਟਰ ਸੀਗੇ ਜਾਂ ਉਸਦੇ ਸਾਥੀ ਸੀਗੇ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ ਸੀਗਾ। ਉਹਨਾਂ ਦੇ ਨਾਲ ਵੀ ਪੁੱਛ ਪੜਤਾਲ ਜਿਹੜੀ ਹੈਗੀ ਉਹ ਬੜੀ ਐਕਸਟੈਂਸਿਵ ਪੁੱਛਗਿੱਛ ਜਿਹੜੀ ਹੈਗੀ ਉਹ ਹੋਈ ਸੀ, ਕਿਉਂਕਿ ਲਾਰੈਂਸ ਦਾ ਲਿੰਕ ਜਿਹੜਾ ਹੈਗਾ ਉਹ ਗੋਲਡੀ ਬਰਾੜ ਦੇ ਨਾਲ ਰਿਹਾ ਹੈ ਔਰ ਲਾਸਟ ਮੂਮੈਂਟ ਤੱਕ ਵੀ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਪਿੱਛੇ ਜਿਹੜਾ ਕਨਸਪੀਰੇਸੀ ਸੀਗੀ ਉਹ ਦੋਵਾਂ ਨੇ ਰਲ ਕੇ ਘੜੀ ਸੀਗੀ। ਸੋ ਅੱਜ ਜਿਹੜੀ ਇਹ ਰਿਕਵਰੀ ਹੋਈ ਹੈ ਕਿ ਇਸ ਨੂੰ ਉਸ ਦੇ ਨਾਲ ਵੀ ਅਸੀਂ ਜੋੜ ਕੇ ਦੇਖੀਏ, ਕੱਲ ਜਿਹੜੀ ਬੀਤੇ ਦਿਨਾਂ ਦੇ ਵਿੱਚ ਜਿਹੜੀ ਪੁੱਛਗਿੱਛ ਹੋਈ ਹੈ, ਬੜੀ ਸਖਤ ਪੁੱਛਗਿੱਛ ਹੋਈ ਹੈ, ਉਸ ਦਾ ਵੀ ਇਹ ਰਿਜ਼ਲਟ ਹੋ ਸਕਦਾ ਹੈ। ਜ਼ਾਹਿਰ ਜੀ ਗੱਲ ਹੈ ਗਗਨ, ਕਿਉਂਕਿ ਇਨਪੁਟਸ ਤੇ ਹੁੰਦੀਆਂ ਨੇ, ਇਨਪੁਟਸ ਦੇ ਆਧਾਰ ਤੇ ਹੀ ਐਸੇ ਆਪਰੇਸ਼ਨ ਜਿਹੜੇ ਆ ਉਹ ਅੱਗੇ ਵਧਾਏ ਜਾਂਦੇ ਆ ਔਰ ਇਹ ਚੀਜ਼ਾਂ ਕਈ ਵਾਰ ਮੀਡੀਆ ਦੇ ਵਿੱਚ ਦੱਸਣ ਵਾਲੀਆਂ ਨਹੀਂ ਹੁੰਦੀਆਂ ਜਦੋਂ ਤੱਕ ਆਪਰੇਸ਼ਨ ਜਿਹੜਾ ਹੈ ਉਸ ਨੂੰ ਸਿਰੇ ਨਾ ਚੜਾ ਲਿਆ ਜਾਵੇ। ਜਿਵੇਂ ਗੋਲਡੀ ਬਰਾੜ ਦੀ ਖਬਰ ਆਈ ਕਿ 20 ਨਵੰਬਰ ਦੇ ਆਸ-ਪਾਸ ਉਸਦੀ ਲੋਕੇਸ਼ਨ ਜਿਹੜੀ ਆ ਉਹ ਟ੍ਰੇਸ ਕਰ ਲਈ ਗਈ ਸੀ ਔਰ ਉਸਨੂੰ ਲੱਭ ਲਿਆ ਗਿਆ ਸੀ ਔਰ ਉਸਨੂੰ ਇੱਕ ਨਿਗਰਾਨੀ ਦੇ ਹੇਠ ਰੱਖ ਲਿਆ ਸੀ, ਜਾਂ ਆਪਾਂ ਉਸਨੂੰ ਕਹਿ ਸਕਦੇ ਹਾਂ ਕਿ ਉਸਨੂੰ ਰਿਟੇਨ ਕਰ ਲਿਆ ਸੀ। ਇਸ ਦੇ ਪਿੱਛੇ ਵੀ ਇਹੀ ਚੀਜ਼ਾਂ ਹੁੰਦੀਆਂ ਕਿ ਇਸ ਨੂੰ ਬੜਾ ਲੁਕੋ ਕੇ ਰੱਖਿਆ ਜਾਂਦਾ ਹੈ, ਕਿਉਂਕਿ ਜਿਵੇਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵਾਰ-ਵਾਰ ਕਿਹਾ ਕਿ ਸਾਡਾ ਦਰਦ ਛਲਕਦਾ ਹੈ ਤੇ ਅਸੀਂ ਆਪਣੀ ਗੱਲ ਕਹਿੰਦੇ ਆ, ਪਰ ਉਸ ਵੇਲੇ ਜਿਹੜੀਆਂ ਸਿਕਿਉਰਿਟੀ ਫੋਰਸਿਸ ਹੁੰਦੀਆਂ ਨੇ ਉਹ ਹਰ ਗੱਲ ਦੀ ਜਾਣਕਾਰੀ ਉਹਨਾਂ ਨੂੰ ਨਹੀਂ ਦੇ ਸਕਦੀਆਂ ਕਿ ਅੰਦਰ ਖਾਤੇ ਕਿਸ ਤਰੀਕੇ ਦਾ ਆਪਰੇਸ਼ਨ ਚੱਲ ਰਿਹਾ ਜਾਂ ਪੁਲਿਸ ਅੰਦਰ ਖਾਤੇ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ। ਸੋ ਇਹ ਚੀਜ਼ਾਂ ਹੁੰਦੀਆਂ ਨੇ, ਜ਼ਾਹਿਰ ਜੀ ਗੱਲ ਹੈ ਇਨਪੁਟਸ ਦੇ ਆਧਾਰ ਤੇ ਹੀ ਐਸੇ ਆਪਰੇਸ਼ਨ ਜਿਹੜੇ ਨੇ ਉਹ ਕ੍ਰੈਕ ਕੀਤੇ ਜਾਂਦੇ ਨੇ। ਜਿਹੜੇ ਐਸੇ ਹਥਿਆਰ ਕੀ ਪਤਾ ਹੋਰ ਕਿੰਨੇ ਹੋਣਗੇ, ਕਿੱਥੇ ਛੁਪਾ ਕੇ ਰੱਖੇ ਹੋਣਗੇ, ਕਿਸ ਤਰੀਕੇ ਦੀਆਂ ਗਤੀਵਿਧੀਆਂ ਨੂੰ ਇਹਨਾਂ ਨੇ ਅੰਜਾਮ ਦੇਣਾ ਹੋਏਗਾ। ਤਾਂ ਜ਼ਾਹਿਰ ਜੀ ਗੱਲ ਹੈ ਗੋਲਡੀ ਬਰਾੜ ਦੀ ਗ੍ਰਿਫਤਾਰੀ ਜਿਹੜੀ ਹੈ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਜਾਣਾ ਇਹ ਪੁਲਿਸ ਦੇ ਲਈ ਇੱਕ ਬਹੁਤ ਵੱਡਾ ਬ੍ਰੇਕ ਥਰੂ ਹੋਏਗਾ ਔਰ ਜਦੋਂ ਉਸ ਨੂੰ ਲਿਆਂਦਾ ਜਾਏਗਾ ਉਸ ਤੋਂ ਬਾਅਦ ਵੀ ਵੱਡੇ ਖੁਲਾਸੇ ਚੱਲਦੇ ਰਹਿਣਗੇ। ਬਿਲਕੁਲ, ਔਰ ਤਸਵੀਰ ਜਿਹੜੀ ਆ ਉਹ ਆਏਗੀ ਜਦੋਂ, ਉਸ ਦਾ ਸਭ ਨੂੰ ਇੰਤਜ਼ਾਰ ਹੋਏਗਾ। ਵਿਜੇਪਾਲ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ। ਤਾਂ ਇਹ ਵੱਡੀ ਖਬਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇਹ ਗੋਲਡੀ ਬਰਾੜ ਦੇ ਨਾਲ ਹੀ ਜੁੜੀ ਵੱਡੀ ਖਬਰ ਹੈ। ਅੱਜ ਦੀਆਂ 3 ਅਹਿਮ ਵੱਡੀਆਂ ਖਬਰਾਂ ਨੇ। ਸਭ ਤੋਂ ਪਹਿਲੀ ਅਹਿਮ ਸਭ ਤੋਂ ਇਹ ਹੈ ਕਿ ਗੋਲਡੀ ਬਰਾੜ ਡਿਟੇਨ ਹੋ ਚੁੱਕਿਆ ਹੈ ਕੈਲੀਫੋਰਨੀਆ ਦੇ ਵਿੱਚ। ਪੰਜਾਬ ਸੀਐਮ ਦੇ ਵੱਲੋਂ ਤਸਦੀਕ ਕਰ ਦਿੱਤਾ ਗਿਆ, ਪੁਖਤਾ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ ਪੰਜਾਬੀਆਂ ਦੇ ਨਾਲ, ਦੇਸ਼ ਦੇ ਨਾਲ। ਔਰ ਦੂਜਾ ਇਹ ਹੈ ਕਿ ਹੁਣ ਜੋ ਹਥਿਆਰਾਂ ਦਾ ਇਹ ਜ਼ਖੀਰਾ ਬਰਾਮਦ ਹੋਇਆ ਅੰਬਾਲਾ ਦੇ ਨੇੜੇ, ਵੱਡੀ ਖੇਪ ਬਰਾਮਦ ਹੋਈ ਹੈ। ਤਾਂ ਇਸ ਤੋਂ ਇਲਾਵਾ ਜੋ ਹੈਪੀ ਮਲੇਸ਼ੀਆ ਨੂੰ ਵੀ ਕਾਬੂ ਕੀਤਾ ਗਿਆ। ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੰਗ ਕੀਤੀ ਹੈ ਕਿ ਜੱਗੂ ਦੇ ਨਾਲ ਬਿਠਾ ਕੇ ਸਵਾਲ ਜਵਾਬ ਕੀਤੇ ਜਾਣ, यानी कि गोल्डी बराड़ तो पूछा जाए कि कतल की आखिरकार वजह की सी। बेशक वो कुछ भी अपने वालों बयान करता है तो पूरा उसदे वालों सच उगलिया जाए कि क्यों उसदे पुत नूं उन्हां दे पुत नूं मारिया गया है। सिद्धू मूसेवाला दे पिता ने मांग की है। बिल्कुल, और मंग जिहड़ी है उसके पीछे स्पेसिफिक वजह है कि संगीत जगत के किहड़े लोग सीगे ये खुलासा होवे, क्योंकि सिद्धू मूसेवाला दे पिता बलकौर सिंह लगातार बकायदा मोहाली की एक सोसाइटी का जिक्र करते रहे ने, उस सोसाइटी का नाम लेंदे रहे ने और लगातार कल भी उन्होंने जो तकरीर दी है तो उसके भी उन्होंने कहा कि उत्थे बैठे हुए किहड़े चेहरे ने जिन्हां ने इस कतल नूं कराया, जिन्हां ने मेरा पुत मरवाया, उन्हां दे चेहरे बेनकाब होने चाहिए ने। वाइट कॉलर किहड़े लोग ने जिहड़े इस कतल दे पिछे असल लोग सीगे। गोल्डी बराड़ नूं भी सिद्धू मूसेवाले दे पिता बलकौर सिंह असल कॉन्स्पिरेसी घड़न वाला नहीं मनदे, वो सिर्फ वो ये मन रहे ने कि हाँ ठीक है गोल्डी बराड़ ने कतल कराया, साजिश करी है, पर गोल्डी बराड़ नूं भी किसने कहा सीगा, किसने कहा सीगा कि सिद्धू मूसेवाला नूं कतल करना है, सिद्धू मूसेवाला नूं मारना है, ये किसने कहा सीगा और वो लोग कौन ने, वो वाइट कॉलर लोग कौन ने, उन्हां दी जिहड़ी हैगी वो असल हकीकत जिहड़ी हैगी वो सामने आवे। सिद्धू मूसेवाला दे पिता बलकौर सिंह लगातार मंग कर रहे। बिल्कुल, और शायद ताही गगन 2 करोड़ रुपए तक अपनी जेब चों देण नूं तैयार सीगे। कल उन्होंने कहता सी कि 2 करोड़ रुपए मैं देण नूं तैयार। अज भी रिपीट कीता उन्होंने अपना बयान कि दसो सरकार जिथे कहेगी मैं 2 करोड़ रुपए उसनूं ट्रांसफर कर देवांगा, पर गोल्डी बराड़ पंजाब चाहिदा है, गोल्डी बराड़ नूं उसदे किते दी सज़ा चाहिदी है। और जदों इनफैक्ट साडे नाल भी सवेरे गल कर रहे सी तां इत्थों तक उन्होंने कहा कि फांसी दी सज़ा होवे गोल्डी बराड़ नूं, क्योंकि जिस तरीके दा उसने क्राइम कीता है, बेवजह उसने सिद्धू मूसेवाला नूं उन्हां दे पुੱਤ ਨੂੰ मारिया है। ਤਾਂ ਇਹ लगातार वो बयान दे रहे ने, लगातार इंसाफ की मांग कर रहे ने। उन्हां दा कहना कि जिन्ना साडे कोल पैसा है जो भी है तां असीं सारा इस
ਤੇ ਨਛਾਵਰ ਕਰਨ ਨੂੰ ਤਿਆਰ ਹੈ, ਪਰ ਸਾਨੂੰ ਅਸਲ ਵਜ੍ਹਾ ਜਿਹੜੀ ਹੈ ਉਹ ਪਤਾ ਹੋਣੀ ਚਾਹੀਦੀ। ਔਰ ਜਿਸ ਦਾ ਜ਼ਿਕਰ ਤੁਸੀਂ ਵੀ ਕਰ ਰਹੇ ਹੋ ਕਿ ਜਿਹੜੇ ਲੋਕ ਪਿੱਛੇ ਨੇ, ਜਿਨ੍ਹਾਂ ਦੀ ਜਾਣਕਾਰੀ ਲੋਕਾਂ ਤੱਕ ਨਹੀਂ ਹੈ, ਕਿਉਂਕਿ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਔਰ ਹੋਰ ਸਾਰੀ ਟੀਮ, ਇਸ ਦਾ ਜ਼ਿਕਰ ਅਸੀਂ ਲਗਾਤਾਰ ਕਰਦੇ ਹਾਂ, ਲਗਾਤਾਰ ਇਹਨਾਂ ਦੀ ਚਰਚਾ ਹੁੰਦੀ ਹੈ, ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਿ ਚੰਗੇ ਅਹੁਦਿਆਂ ਤੇ ਬੈਠੇ ਹੋਏ ਨੇ, ਉਹਨਾਂ ਦਾ ਜ਼ਿਕਰ ਨਹੀਂ ਹੁੰਦਾ, ਉਹਨਾਂ ਦਾ ਬਾਰ-ਬਾਰ ਚਰਚਾ ਨਹੀਂ ਹੁੰਦੀ, ਕਿਉਂਕਿ ਉਹਨਾਂ ਦੇ ਬਾਰੇ ਹਜੇ ਕਿਸੇ ਤੱਕ ਜਾਣਕਾਰੀ ਨਹੀਂ ਹੈ। ਤਾਂ ਸ਼ਾਇਦ ਇਹ ਉਹਨਾਂ ਦੇ ਪਿਤਾ ਚਾਹੁੰਦੇ ਨੇ ਕਿ ਉਹਨਾਂ ਦੇ ਨਾਂ ਜਿਹੜੇ ਨੇ ਉਹ ਜਨਤਕ ਹੋਣ, ਸਾਹਮਣੇ ਆਉਣ ਔਰ ਬਣਦੀ ਸਜ਼ਾ ਮਿਲੇ। ਬਿਲਕੁਲ ਬਿਲਕੁਲ। ਕੱਲ ਜਦੋਂ ਅੰਮ੍ਰਿਤਸਰ ਦੇ ਵਿੱਚ ਸੀਗੇ, ਸ੍ਰੀ ਦਰਬਾਰ ਸਾਹਿਬ ਜਦੋਂ ਮੱਥਾ ਟੇਕਣ ਤੋਂ ਬਾਅਦ ਬਾਹਰ ਨਿਕਲੇ ਨੇ, ਮੀਡੀਆ ਦੇ ਨਾਲ ਗੱਲ ਕਰ ਰਹੇ ਸੀਗੇ, ਉਦੋਂ ਵੀ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਪਿੱਛੇ ਕੋਈ ਪੋਲੀਟੀਕਲ ਸਿਨੈਰੀਓ ਵੀ ਹੋ ਸਕਦਾ ਹੈ, ਕੋਈ ਪੋਲੀਟੀਕਲ ਜਿਹੜੀ ਹੈਗੀ ਹੈ ਕਨਸਪੀਰੇਸੀ ਵੀ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਜਾਂਚ ਹੋਵੇ ਤਾਂ ਬਹੁਤ ਕੁਝ ਨਿਕਲ ਕੇ ਆਵੇਗਾ, ਹਜੇ ਮੇਰੇ ਕੋਲ ਸਬੂਤ ਨਹੀਂ ਹੈਗਾ ਇਸ ਤਰ੍ਹਾਂ ਦਾ ਕੋਈ, ਪਰ ਜੇਕਰ ਇਸ ਦੀ ਪੂਰੀ ਇਨਕੁਆਇਰੀ ਹੋਏਗੀ, ਇਸ ਦੇ ਵਿੱਚ ਜੇਕਰ ਜਿਹੜੇ ਲੋਕ ਇਨਵੋਲਵ ਨੇ ਉਹ ਸਾਰੇ ਅਰੈਸਟ ਹੋਣਗੇ, ਇੱਥੇ ਲਿਆਂਦੇ ਜਾਣਗੇ, ਤਾਂ ਖੁਲਾਸਾ ਹੋਏਗਾ। ਔਰ ਇਸੇ ਕਰਕੇ ਕਿਤੇ ਨਾ ਕਿਤੇ ਅੱਜ ਵੀ ਜਦੋਂ ਗੋਲਡੀ ਬਰਾੜ ਦੇ ਡਿਟੇਨ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਫਿਰ ਉਹ ਇਹ ਕਹਿੰਦੇ ਨੇ ਕਿ ਹੁਣ ਜਿਹੜਾ ਹੈਗਾ, ਹੁਣ ਵਕਤ ਹੈ ਕਿ ਗੋਲਡੀ ਬਰਾੜ ਜੇਕਰ ਡਿਟੇਨ ਹੋ ਗਿਆ ਉਸ ਨੂੰ ਲਿਆਂਦਾ ਜਾਵੇ, ਲਾਰੈਂਸ ਤੇ ਜੱਗੂ ਦੇ ਸਾਹਮਣੇ ਬਿਠਾ ਕੇ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੋਵਾਂ ਦੇ ਸਾਹਮਣੇ ਬਿਠਾ ਕੇ, ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਹੋਵੇ, ਔਰ ਉਸ ਪੁੱਛਗਿੱਛ ਚੋਂ ਉਹ ਫਿਰ ਨਾ ਸਾਹਮਣੇ ਆਣਗੇ ਕਿ ਅਸਲ ਦੇ ਵਿੱਚ ਕੌਣ ਸੀਗੇ, ਕਤਲ ਕਰਨ ਦੇ ਪਿੱਛੇ ਸੀ ਕੌਣ। ਇਹ ਤਾਂ ਮੋਹਰੇ ਨੇ, ਇਹ ਤਾਂ ਅੱਗੇ ਕੰਮ ਕਰਨ ਵਾਲੇ ਨੇ, ਜਿਨ੍ਹਾਂ ਨੂੰ ਪੈਸੇ ਦੇ ਕੇ ਕਤਲ ਕਰਾਏ ਜਾ ਸਕਦੇ ਨੇ, ਪਰ ਇਹਨਾਂ ਦੇ ਪਿੱਛੇ ਕੌਣ ਸੀ ਉਸ ਦਾ ਚਿਹਰਾ ਬੇਨਕਾਬ ਹੋਣਾ ਚਾਹੀਦਾ। ਬਿਲਕੁਲ। ਔਰ ਤਾਂ ਵੀ ਅਹਿਮ ਹੈ ਕਿਉਂਕਿ ਪਿਛਲੇ ਦਿਨਾਂ 'ਚ ਇੱਕ ਹਫ਼ਤੇ ਦੇ ਕਰੀਬ ਦਾ ਵਿਦੇਸ਼ੀ ਦੌਰਾ ਵੀ ਕੀਤਾ ਹੈ ਉਹ ਪਰਿਵਾਰ ਨੇ, ਉਹ ਯੂਕੇ ਗਏ ਨੇ, ਹੋਰ ਵੱਖ-ਵੱਖ ਥਾਵਾਂ ਤੇ ਗਏ ਨੇ, ਕੈਨੇਡਾ ਵੀ ਗਏ ਨੇ, ਤਾਂ ਅਜਿਹੇ ਸਮਾਗਮ ਜਿਹੜੇ ਨੇ ਮਿੱਥੇ ਗਏ ਸੀ, ਰੱਖੇ ਗਏ ਸੀ ਮੂਸੇਵਾਲਾ ਨੂੰ ਸਮਰਪਿਤ, ਤਾਂ ਉਸ ਦੇ ਵਿੱਚ ਵੀ ਉਹਨਾਂ ਨੇ ਥਾਪੀ ਵੀ ਮਾਰੀ ਔਰ ਬਹੁਤ ਦੁਬਾਰਾ ਤੋਂ ਜ਼ਿਕਰ ਵੀ ਕੀਤਾ, ਭਾਵੁਕ ਵੀ ਹੋਏ। ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਨੇ ਗਗਨ ਕਹਿ ਸਕਦੇ ਆ ਕਿ ਵਰਲਡ ਵਾਈਡ ਜਿਹੜੀਆਂ ਨੇ ਉਹ ਜਾਂਦੀਆਂ ਨੇ ਔਰ ਸੁਨੇਹਾ ਜਾਂਦਾ ਹੈ। ਇਸੇ ਕਰਕੇ ਅਸੀਂ ਵਾਰ-ਵਾਰ ਜ਼ਿਕਰ ਕਰਦੇ, ਸ਼ਾਇਦ ਇੱਕ ਪ੍ਰੈਸ਼ਰ ਵੀ ਬਿਲਡ ਹੁੰਦਾ ਹੈ, ਜਿਸ ਤੋਂ ਬਾਅਦ ਗੋਲਡੀ ਬਰਾੜ ਨੂੰ ਹੁਣ ਡਿਟੇਨ ਕੀਤਾ ਗਿਆ। ਔਰ ਇਹ ਵੀ ਹੈ ਜਿਸ ਤਰ੍ਹਾਂ ਦੇ ਨਾਲ ਪੋਲੀਟੀਕਲ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਮਾਨਸਾ ਤੋਂ ਚੋਣ ਵੀ ਲੜੀ ਗਈ ਸੀ ਸਿੱਧੂ ਮੂਸੇਵਾਲਾ ਦੇ ਵੱਲੋਂ, ਉਸ ਵੇਲੇ ਚੋਣ ਲੜੀ, ਬੇਸ਼ੱਕ ਉਹ ਹਾਰੇ, ਤਾਂ ਇਸ ਕਰਕੇ ਵੀ ਇੱਕ ਵਜ੍ਹਾ ਜਿਹੜੀ ਆ ਉਹ ਸ਼ਾਇਦ ਮੰਨ ਸਕਦੇ ਨੇ। ਇਸ ਕਰਕੇ ਵੀ ਪੋਲੀਟੀਕਲ ਐਂਗਲ ਉਹਨਾਂ ਦਾ ਕਹਿਣਾ ਹੈ ਕਿ ਹੋ ਸਕਦਾ, ਤਾਂ ਬਹੁਤ ਸਾਰੀਆਂ ਚੀਜ਼ਾਂ ਨੇ। ਲਗਾਤਾਰ ਜਦੋਂ ਉਹ ਮੀਡੀਆ ਦੇ ਨਾਲ ਮੁਖਾਤਿਬ ਹੁੰਦੇ ਨੇ ਜਾਂ ਲੋਕਾਂ ਦੇ ਸਾਹਮਣੇ ਰੂਬਰੂ ਹੁੰਦੇ ਨੇ ਤਾਂ ਉਹ ਜ਼ਿਕਰ ਕਰ ਰਹੇ ਨੇ, ਤਾਂ ਕਹਿ ਸਕਦੇ ਕਿਤੇ ਨਾ ਕਿਤੇ ਅੱਜ ਸੰਤੁਸ਼ਟੀ ਜ਼ਰੂਰ ਹੋਏਗੀ, ਕਿਉਂਕਿ ਗਗਨ ਜਿਸ ਵੇਲੇ ਨਿਊਜ਼ 18 ਪੰਜਾਬ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਵਾਕਈ ਹੀ ਗੋਲਡੀ ਬਰਾੜ ਡਿਟੇਨ ਹੋਇਆ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੋਏਗੀ, ਸੰਤੁਸ਼ਟੀ ਹੋਏਗੀ, ਕਿਉਂਕਿ ਬਣਦੀ ਸਜ਼ਾ ਦਾ ਇੱਕ ਰਾਹ ਜਿਹੜਾ ਉਹ ਖੁੱਲ ਗਿਆ। ਬਿਲਕੁਲ, ਬਣਦੀ ਸਜ਼ਾ ਦਾ ਰਾਹ ਖੁੱਲ ਗਿਆ, ਪਰ ਇਹ ਰਾਹ ਇੰਨਾ ਸੌਖਾ ਨਹੀਂ ਹੈਗਾ ਗੁਰਜੋਤ। ਜਿਹੜੀ ਗੱਲ ਅਸੀਂ ਪਹਿਲਾਂ ਕਰ ਰਹੇ ਸੀਗੇ ਕਿ ਉੱਥੇ ਗ੍ਰਿਫਤਾਰੀ, ਉੱਥੇ ਡਿਟੇਨ ਹੋਣਾ, ਉਹ ਡਿਟੇਨ ਹੋਣ ਤੋਂ ਲੈ ਕੇ ਫਿਰ ਇੱਥੇ ਤੱਕ ਆਣਾ, ਇਹ ਆਪਣੇ ਆਪ ਵਿੱਚ ਪ੍ਰੋਸੀਜਰ ਜਿਹੜਾ ਹੈਗਾ ਇੱਕ ਲੰਮਾ ਪ੍ਰੋਸੀਜਰ ਹੈ, ਜਿਸ ਦਾ ਜ਼ਿਕਰ ਵਿਜੇ ਵੀ ਕਰ ਰਹੇ ਸੀਗੇ ਕਿ ਹੁਣ ਪ੍ਰੋਸੀਜਰ ਸ਼ੁਰੂ ਹੋਏਗਾ। ਹੁਣ ਅਦਾਲਤ ਦੇ ਵਿੱਚ ਜਿਹੜੀ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਦੇ ਸਾਹਮਣੇ ਸਬੂਤ ਜਾਣਗੇ ਔਰ ਪ੍ਰੂਵ ਕਰਨਾ ਹੋਏਗਾ, ਸਾਰੀ ਚੀਜ਼ਾਂ ਪ੍ਰੂਵ ਕਰਨੀਆਂ ਹੋਣਗੀਆਂ। ਜਿਹੜੀ ਤੁਸੀਂ FIR ਦੇ ਵਿੱਚ ਮਾਮਲੇ ਦਰਜ ਕੀਤੇ ਨੇ, ਉਹ ਪਹਿਲਾਂ ਉੱਥੇ ਇੱਕ ਲੜਾਈ ਲੜਨੀ ਪਏਗੀ ਇੰਡੀਅਨ ਸਿਕਿਉਰਿਟੀ ਏਜੰਸੀਜ਼ ਨੂੰ, ਇੰਡੀਅਨ ਸੁਰੱਖਿਆ ਏਜੰਸੀਜ਼ ਨੂੰ, ਕਿ ਇਹ ਵਾਕਈ ਇਹੀ ਸ਼ਖਸ ਹੈਗਾ, ਇਸੇ ਨੇ ਵਾਰਦਾਤਾਂ ਅੰਜਾਮ ਦਿੱਤੀਆਂ ਨੇ, ਇਹੀ ਉਹ ਸ਼ਖਸ ਹੈਗਾ ਜਿਸ ਦੇ ਉੱਤੇ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ 16 FIR ਦਰਜ ਨੇ, ਇਹੀ ਉਹ ਸ਼ਖਸ ਹੈਗਾ ਜਿਸ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀ 16 FIR ਦਰਜ ਨੇ, ਉਹਨਾਂ ਦੇ ਵਿੱਚ ਕਤਲ ਤੇ ਇਰਾਦਤਨ ਕਤਲ ਦੀ ਤਕਰੀਬਨ 10 ਤੋਂ 12 FIR ਨੇ, ਜਿਨ੍ਹਾਂ ਦੇ ਵਿੱਚ ਧਾਰਾ 302 ਲੱਗੀ ਹੋਈ ਹੈ, 307 ਲੱਗੀ ਹੋਈ ਹੈ। ਇਹ ਉੱਥੇ ਪ੍ਰੂਵ ਕਰਨਾ ਹੋਏਗਾ, ਕਿਉਂਕਿ ਰਿਟਰਨ ਕੰਪਲੇਂਟ ਨਹੀਂ ਸਿਰਫ ਇਸ ਦੇ ਵਿੱਚ ਪ੍ਰੂਵ ਜਿਹੜਾ ਹੈਗਾ ਉੱਥੇ ਹੋਏਗਾ, ਔਰ ਉਸ ਤੋਂ ਬਾਅਦ ਉੱਥੇ ਦੀ ਅਦਾਲਤ ਦਾ, ਉੱਥੇ ਦਾ ਕਾਨੂੰਨ ਜਿਹੜਾ ਹੈਗਾ ਉਹ ਕੀ ਕਹਿੰਦਾ ਹੈ। ਔਰ ਇਹ ਵੀ ਹੈ ਕਿ ਅਮਰੀਕਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਨਾਲੋਂ ਜਾਂ ਬਾਕੀ ਕੰਟਰੀਜ਼ ਦੇ ਨਾਲੋਂ ਜ਼ਿਆਦਾ ਮੁਸ਼ਕਿਲ ਹੈ ਉੱਥੇ ਦਾ ਪ੍ਰੋਸੈਸ ਹੈ, ਇਹ ਵੀ ਜ਼ਿਕਰਯੋਗ ਹੈ, ਕਿਉਂਕਿ ਉੱਥੇ ਜਿਹੜੀ ਡੈਮੋਕ੍ਰੈਟਿਕ ਜਿਹੜੀ ਉੱਥੇ ਸਿਚੁਏਸ਼ਨ ਹੈਗੀ ਉਹ ਡੈਮੋਕ੍ਰੇਸੀ ਦੇ ਆਧਾਰ ਤੇ ਉੱਥੇ ਜਿਹੜਾ ਕਿਹਾ ਜਾਂਦਾ ਹੈ ਕਿ ਜਿਸ ਤਰੀਕੇ ਸਾਡੇ ਕਾਨੂੰਨ ਵਿੱਚ ਕਿਹਾ ਜਾਂਦਾ ਹੈ ਕਿ 1000 ਗੁਨਾਹਗਾਰ ਜਿਹੜੇ ਹੈਗੇ ਉਹ ਆਜ਼ਾਦ ਹੋ ਜਾਣ ਪਰ ਕਿਸੇ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਇਹ ਸਾਡੇ ਕਾਨੂੰਨ ਦੇ ਬਾਰੇ ਲਿਖਿਆ ਗਿਆ ਹੈ, ਕਿਹਾ ਗਿਆ, ਔਰ ਬਹੁਤ ਸਾਰੀ ਵਾਰ ਇਸ ਤੇ ਚਰਚਾ ਵੀ ਹੁੰਦੀ ਹੈ। ਤਾਂ ਇਸੇ ਕਰਕੇ ਕਿਤੇ ਨਾ ਕਿਤੇ ਇਹ ਵੀ ਹੁੰਦਾ ਕਿ ਪ੍ਰੋਸੀਜਰ ਬਹੁਤ ਲੰਮੇ ਹੋ ਜਾਂਦੇ ਨੇ, ਕਈ ਕੇਸ ਕਈ ਸਾਲ ਤੱਕ ਚੱਲਦੇ ਨੇ, ਇਸ ਤਰ੍ਹਾਂ ਦੇ ਬਹੁਤ ਸਾਰੇ ਉਦਾਹਰਣ ਨੇ। ਸੋ ਗੋਲਡੀ ਬਰਾੜ ਨੂੰ ਇੱਥੇ ਤੱਕ ਲੈ ਕੇ ਆਣਾ, ਜਿਸ ਦਾ ਜ਼ਿਕਰ CM ਨੇ ਵੀ ਕੀਤਾ ਕਿ ਡਿਟੇਨ ਤਾਂ ਕਰ ਲਿਆ ਪਰ ਹਜੇ ਇੱਥੇ ਤੱਕ ਲਿਆਣਾ ਆਪਣੇ ਆਪ ਵਿੱਚ ਇੱਕ ਪ੍ਰੋਸੀਜਰ ਹੈ, ਉਸ ਨੂੰ ਕਿੰਨਾ ਵਕਤ ਲੱਗੇਗਾ ਇਹ ਹੁਣ ਦੇਖਣਾ ਹੋਏਗਾ। ਬਿਲਕੁਲ, ਇਹ ਬਹੁਤ ਅਹਿਮ ਹੈ ਔਰ ਲਗਾਤਾਰ ਇਸ ਦਾ ਜ਼ਿਕਰ ਕਰ ਰਹੇ ਹਾਂ ਕਿਉਂਕਿ CM ਭਗਵੰਤ ਮਾਨ ਬੇਸ਼ੱਕ ਗੁਜਰਾਤ ਦੌਰੇ ਤੇ ਨੇ ਪਰ ਉੱਥੋਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ, ਪ੍ਰੈਸ ਕਾਨਫਰੰਸ ਉਹ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਹੈ ਤਾਂ ਕਿ ਦੁਵਿਧਾ ਜਿਹੜੀ ਹੈ ਦੂਰ ਹੋ ਜਾਵੇ। ਇਫ ਐਂਡ ਬਟ ਰਹਿੰਦਾ ਹੈ ਜਦੋਂ ਸੂਤਰਾਂ ਦੇ ਹਵਾਲੇ ਤੋਂ ਖਬਰ ਆਉਂਦੀ ਹੈ, ਪਰ ਨਿਊਜ਼ 18 ਪੰਜਾਬ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਖਬਰ ਜਿਹੜੀ ਹੈ ਆਪਣੇ ਦਰਸ਼ਕਾਂ ਤੱਕ ਸਭ ਤੋਂ ਪਹਿਲਾਂ ਪਹੁੰਚਾਈ ਸੀ, ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ
ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਗਿਆ, ਕੈਲੀਫੋਰਨੀਆ ਦੇ ਵਿੱਚ ਕੀਤਾ ਗਿਆ। ਇੱਥੋਂ ਤੱਕ ਕਿ ਸਾਰਾ ਡਾਟਾ ਇਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਕਿੱਥੇ ਕਿੱਥੇ ਉਸਨੇ ਟਿਕਾਣੇ ਬਦਲੇ ਨੇ, ਕਿੱਥੇ ਕਿੱਥੇ ਉਹ ਰਿਹਾ ਹੈ, ਕੈਨੇਡਾ ਤੋਂ ਕਦੋਂ ਮੂਵ ਹੋਇਆ ਹੈ। ਸਾਰੀ ਜਾਣਕਾਰੀ ਸਾਡੇ ਸਹਿਯੋਗੀ ਮਨੋਜ ਰਾਠੀ ਵੀ ਸਾਡੇ ਨਾਲ ਬਕਾਇਦਾ ਸਾਂਝੀ ਕਰ ਰਹੇ ਨੇ, ਔਰ ਕਿਸ ਤਰੀਕੇ ਦੇ ਨਾਲ ਉਸਨੇ ਵਾਰਦਾਤ ਨੂੰ ਅੰਜਾਮ ਦਿਵਾਇਆ ਔਰ ਫਿਰ ਕਦੋਂ ਕਦੋਂ ਜ਼ਿੰਮੇਵਾਰੀ ਵੀ ਲਈ ਗਈ ਹੈ। ਬਹੁਤ ਅਹਿਮ ਹੋ ਜਾਂਦਾ ਹੈ ਗਗਨ ਕੀ ਜ਼ਿੰਮੇਵਾਰੀ ਬਕਾਇਦਾ ਲਈ ਹੋਵੇ, ਇੰਨੀ ਬੇਖੌਫੀ, ਇੰਨਾ ਜ਼ਿਆਦਾ ਜਿਹੜਾ ਕਹਿ ਸਕਦੇ ਆ ਕਿ ਪੂਰੀ ਤਰ੍ਹਾਂ ਦੇ ਨਾਲ ਓਵਰ ਕੌਨਫੀਡੈਂਸ ਕਹਿ ਸਕਦੇ ਆ, ਕਿਉਂਕਿ ਸ਼ਾਇਦ ਲੱਗਦਾ ਸੀ ਕਿ ਵਿਦੇਸ਼ 'ਚ ਬੈਠ ਕੇ ਲੁਕਿਆ ਜਾ ਸਕਦਾ, ਛਿਪਿਆ ਜਾ ਸਕਦਾ, ਪਰ ਅਜਿਹਾ ਪੋਸੀਬਲ ਨਹੀਂ ਹੋਇਆ। ਬਿਲਕੁਲ ਉਹ ਪ੍ਰੋਸੀਜਰ ਜਿਹੜਾ ਹੈਗਾ ਉਹ ਕਾਫੀ ਚਿਰ ਤੋਂ ਚੱਲ ਰਿਹਾ ਸੀਗਾ ਔਰ ਲਗਾਤਾਰ ਜਿਹੜਾ ਹੈਗਾ ਓਪਨ ਵਾਰੰਟ ਵੀ ਜਾਰੀ ਹੋਏ ਗੋਲਡੀ ਬਰਾੜ ਦੇ ਖਿਲਾਫ। ਗੁਰਲਾਲ ਪਹਿਲਵਾਨ ਦੇ ਕਤਲ ਕੇਸ ਦੇ ਵਿੱਚ, ਫਰੀਦਕੋਟ ਦੇ ਵਿੱਚ ਜਿਹੜਾ ਕਤਲ ਹੋਇਆ ਸੀਗਾ, ਉਸ ਦੇ ਵਿੱਚ ਓਪਨ ਵਾਰੰਟ ਜਾਰੀ ਹੋਏ ਸੀਗੇ ਔਰ ਉਸ ਦੇ ਆਧਾਰ ਤੇ ਵੀ ਕਿਤੇ ਨਾ ਕਿਤੇ ਕਾਰਵਾਈ ਹੋਈ ਹੈ। ਅਜਿਹੀ ਜਾਣਕਾਰੀ ਮਨੋਜ ਵੀ